ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਭਦ ਪੰਕਜ ਬੰਦਨ, ਜਨ ਬਿਘਨ ਕੇ ਨਾਸਕ। ਬਿਘਨ ਕੇ ਨਾਸਕ, ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ, ਤਾਰੋਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦਾਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨ ਕੈ ਸ਼੍ਰੀ ਬੇਦੀ ਕੁਲ ਕੇਤੂ, ਬੋਲੇ ਭੇਦ ਬਤਾਵਨ ਹੇਤੂ। ਤੁਝ ਪਰ ਸ਼੍ਰੀ ਕਰਤਾਰ ਕਿਰਪਾਲਾ, ਤਬ ਹੈ ਬਿਲੋਕੋ। ਬੋਲੇ ਭੇਦ ਬਤਾਵਨ ਹੇਤੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧਾਨ ਜੁਗਹੁ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ। ਵਾਲੀਏ ਦੋ ਜਹਾਨ, ਸ਼ਬਦਾ ਅਵਤਾਰ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ।
ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੋਲ ਬਾਬਾ ਲਹਿਣਾ ਜੀ ਨੇ ਰਹਿ ਕਰਕੇ ਅਣਥੱਕ ਸੇਵਾਵਾਂ ਕਰਨੀਆਂ ਕੀਤੀਆਂ। ਲੰਗਰ ਦੇ ਵਿੱਚ ਜਦੋਂ ਲੋੜ ਪੈਂਦੀ ਹੈ ਬਾਬਾ ਲਹਿਣਾ ਜੀ ਲੰਗਰ ਦੇ ਵਿੱਚ ਸੇਵਾ ਕਰਿਆ ਕਰਦੇ ਹਨ, ਤੇ ਜਦੋਂ ਸੰਗਤਾਂ ਦਾ ਕੋਈ ਜਥਾ ਆਵੇ ਤੇ ਬਾਬਾ ਲਹਿਣਾ ਜੀ ਜਾ ਕਰਕੇ ਜਲ ਦੇ ਨਾਲ ਉਹਨਾਂ ਦੇ ਚਰਨ ਪਖਾਲਦੇ ਹਨ। ਤੇ ਜਦੋਂ ਸੰਗਤੀ ਤੌਰ ਤੇ ਸੰਗਤਾਂ ਬੈਠ ਕਰਕੇ ਹਰ ਜਸ ਕਥਾ ਕੀਰਤਨ ਹੁੰਦਾ, ਉਸ ਵੇਲੇ ਆਪਣੇ ਹੱਥ ਦੇ ਵਿੱਚ ਪੱਖਾ ਲੈ ਕਰਕੇ ਸੰਗਤਾਂ ਦੇ ਉੱਤੇ ਪੱਖਾ ਚੱਲਦੇ ਹਨ। ਫਿਰ ਰੋਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਵੀ ਵਿਸ਼ਰਾਮ ਕਰਦੇ ਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਭਿੱਜ ਕਰਕੇ ਮਹਾਰਾਜ ਜੀ ਦੇ ਚਰਨਾਂ ਦੀ ਮੁੱਠੀ ਚਾਂਪੀ ਕਰਦੇ ਹਨ। ਤੇ ਜਦੋਂ ਵੀ ਕਵੀ ਰਾਜ ਜੀ ਨੇ ਦੱਸਣਾ ਕੀਤਾ, ਭਾਵੇਂ ਜੋ ਮਰਜੀ ਸੇਵਾ ਕਰਦੇ ਹੋਣ, ਲੇਕਿਨ ਚਿੱਤ ਜਿਹੜਾ ਹੈ ਸਤਿਗੁਰੂ ਮਹਾਰਾਜ ਜੀ ਦਾ, ਬਾਬਾ ਲਹਿਣਾ ਜੀ ਦਾ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਿੱਚ ਲੱਗਿਆ ਹੋਇਆ। ਸਦਾ ਮਨ ਦੇ ਵਿੱਚ ਇਹੀ ਕਾਮਨਾ ਹੁੰਦੀ ਹੈ ਕਿ ਮੈਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦਾ ਰਵਾਂ। ਇਸ ਤਰ੍ਹਾਂ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵਿਸ਼ਰਾਮ ਕਰ ਰਹੇ ਸਨ, ਤਾਂ ਬਾਬਾ ਲਹਿਣਾ ਜੀ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਪੱਖਾ ਝੱਲ ਰਹੇ। ਅਚਨਚੇਤ ਕੀ ਉਹਨਾਂ ਨੂੰ ਨਜ਼ਰ ਆਇਆ, ਇੱਕ ਦੇਵੀ ਜੋ ਹੈ ਗੁਪਤ ਸਰੂਪ ਦੇ ਵਿੱਚ, ਸੂਖਸ਼ਮ ਸਰੂਪ ਦੇ ਵਿੱਚ ਉਹ ਇੱਕਦਮ ਪ੍ਰਗਟ ਹੋਈ। ਤੇ ਪ੍ਰਗਟ ਹੋ ਕਰਕੇ ਉਹਨੇ ਸਤਿਗੁਰੂ ਮਹਾਰਾਜ ਜੀ ਦੇ ਮੁੱਠੀ ਚਾਂਪੀ ਕਰਨੀ ਕੀਤੀ। ਤੇ ਇਹ ਸਾਰਾ ਨਜ਼ਾਰਾ ਜਿਹੜਾ ਹੈ ਬਾਬਾ ਲਹਿਣਾ ਜੀ ਨੇ ਤੱਕਿਆ, ਤੇ ਨਾਲ ਇਹ ਵੀ ਤੱਕਦੇ ਹਨ ਕਿ ਆਹ ਨਜ਼ਾਰਾ ਕੋਈ ਦੂਜਾ ਨਹੀਂ ਤੱਕ ਰਿਹਾ, ਕਿਹਨੂੰ ਇਹ ਨਜ਼ਰ ਨਹੀਂ ਆ ਰਿਹਾ। ਇਹਦੇ ਦਰਸ਼ਨ ਸਿਰਫ ਬਾਬਾ ਲਹਿਣਾ ਜੀ ਨੂੰ ਹੋ ਰਹੇ ਹਨ। ਤੇ ਇਸ ਤਰ੍ਹਾਂ ਜਦੋਂ ਉਸ ਬੀਬੀ ਦੇ ਦਰਸ਼ਨ ਕਰਨੇ ਕੀਤੇ ਦੇਵੀ ਸਰੂਪ ਦੇ, ਤਾਂ ਫਿਰ ਥੋੜੀ ਕੁ ਦੇਰ ਤੋਂ ਬਾਅਦ ਉਹ ਜਿਹੜੀ ਮਾਇਆ ਹੈ ਉਹ ਦੇਵੀ ਇੱਕਦਮ ਅਲੋਪ ਹੋ ਗਈ। ਸਤਿਗੁਰੂ ਮਹਾਰਾਜ ਜੀ ਦੇ ਮਨ ਵਿੱਚ ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੀਂਦ ਤੋਂ ਉਪਰਾਮ ਹੋਏ, ਤਾਂ ਬਾਬਾ ਲਹਿਣਾ ਜੀ ਨੇ ਇਹ ਬਚਨ ਕਰਨਾ ਕੀਤਾ, ਪੁੱਛਣਾ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਆਪ ਜੀ ਵਿਸ਼ਰਾਮ ਕਰ ਰਹੇ ਸੀ, ਮੈਂ ਪੱਖਾ ਝੱਲ ਰਿਹਾ ਸੀ, ਇੱਕ ਬਹੁਤ ਵਧੀਆ ਦੇਵੀ ਸਰੂਪ ਇੱਕ ਬੀਬੀ ਜਿਹੜੀ ਹੈ ਉਹ ਆਈ ਤੇ ਉਹਨੇ ਆਪ ਜੀ ਦੇ ਚਰਨਾਂ ਦੀ ਮੁੱਠੀ ਚਾਂਪੀ ਕਰਨੀ ਕੀਤੀ ਹੈ। ਤੇ ਆਹ ਨਜ਼ਾਰਾ ਜਿਹੜਾ ਸਿਰਫ ਮੈਨੂੰ ਨਜ਼ਰ ਆ ਰਿਹਾ ਸੀ, ਬਾਕੀ ਜੋ ਸੰਗਤਾਂ ਇੱਥੇ ਸਨ ਉਹਨਾਂ ਨੂੰ ਇਹ ਕੁਛ ਨਜ਼ਰ ਨਹੀਂ ਆਇਆ। ਬਾਬਾ ਲਹਿਣਾ ਜੀ ਨੇ ਪੁੱਛਿਆ, ਕਿਰਪਾ ਕਰੋ ਸਤਿਗੁਰੂ ਮਹਾਰਾਜ ਦੱਸਣਾ ਕਰੋ, ਉਹ ਦੇਵੀ ਕੌਣ ਹੈ, ਉਹ ਕਿਉਂ ਆ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਮੁੱਠੀ ਚਾਂਪੀ ਭਰਦੀ ਹੈ, ਤੇ ਨਾਲ ਇੱਕਦਮ ਉਹ ਅਲੋਪ ਗਾਇਬ ਕਿਉਂ ਹੋ ਗਈ, ਤੇ ਨਾਲ ਸਿਰਫ ਮੈਨੂੰ ਉਹਦੇ ਦਰਸ਼ਨ ਹੋਏ ਔਰ ਕੋਈ ਦੂਜਾ ਉਹਨੂੰ ਨਹੀਂ ਤੱਕ ਸਕਿਆ। ਇਹਦਾ ਕੀ ਕਾਰਨ ਹੈ? ਇਹ ਜਦੋਂ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ, ਪੁੱਛਣਾ ਕੀਤਾ, ਅਗੋਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਦਾ ਜਵਾਬ ਕਿਸ ਤਰ੍ਹਾਂ ਦਿੰਦੇ ਹਨ ਪਿਆਰਿਓ। ਆਓ ਉਹ ਪਾਵਨ ਪ੍ਰਸੰਗ ਇਤਿਹਾਸ ਦੀ ਕਥਾ ਦੇ ਨਾਲ ਆਪਾਂ ਜੁੜਨ ਦਾ ਯਤਨ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨ ਕੈ ਸ਼੍ਰੀ ਬੇਦੀ ਕੁਲ ਕੇਤੂ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ
ਬਾਬਾ ਲਹਿਣਾ ਜੀ ਨੇ ਇਹ ਬੇਨਤੀ ਕਰਨੀ ਕੀਤੀ, ਅਰਜ਼ ਕਰਨੀ ਕੀਤੀ, ਕਿਰਪਾ ਕਰੋ ਸਤਿਗੁਰੂ ਮਹਾਰਾਜ ਆਪ ਜੀ ਦੱਸਣਾ ਕਰੋ ਉਹ ਦੇਵੀ ਸਰੂਪ ਕੌਣ ਹੈ। ਉਹ ਇਹ ਸਤਿਗੁਰੂ ਮਹਾਰਾਜ ਜੀ ਨੇ ਸੁਣ ਕਰਕੇ ਬੋਲੇ ਭੇਦ ਬਤਾਵਨ ਹੇਤੂ। ਉਹਦਾ ਭੇਦ ਦੱਸਣ ਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਅੱਗੋਂ ਬਚਨ ਕਰਨਾ ਕੀਤਾ। ਤੁਝ ਪਰ ਸ਼੍ਰੀ ਕਰਤਾਰ ਕਿਰਪਾਲਾ। ਸਤਿਗੁਰੂ ਜੀ ਕਹਿਣ ਲੱਗੇ ਪੁਰਖਾ ਤੇਰੇ ਉੱਤੇ ਕਰਤਾਰ ਪ੍ਰਮਾਤਮਾ ਦੀ ਬਹੁਤ ਜ਼ਿਆਦੀ ਕਿਰਪਾ ਹੈ। ਤਬ ਹੈ ਬਿਲੋਕਿਓ ਰੂਪ ਵਿਸਾਲਾ। ਤਾਈ ਤਾਂ ਤੂਨੇ ਇਹ ਵਿਸਾਲ ਰੂਪ ਜਿਹੜਾ ਹੈ, ਇਹ ਬਹੁਤ ਵੱਡਾ ਇਹ ਰੂਪ ਜੋ ਹੈ ਦੇਵੀ ਦਾ ਮਾਇਆ ਦਾ, ਤੂਨੇ ਇਹਨੂੰ ਵੇਖਣਾ ਕੀਤਾ, ਇਹ ਤੂਨੇ ਦਰਸ਼ਨ ਕਰਨੇ ਕੀਤੇ। ਔਰ ਕਿਸੂ ਕੋ ਨਦਰ ਨਾ ਆਵੇ। ਕਿਉਂਕਿ ਔਰ ਬਹੁਤ ਸਾਰੀਆਂ ਇੱਥੇ ਸੰਗਤਾਂ ਸਨ, ਉਹਨਾਂ ਨੂੰ ਤਾਂ ਇਹ ਨਜ਼ਾਰਾ ਜਿਹੜਾ ਹੈ ਨਜ਼ਰ ਨਹੀਂ ਆਇਆ। ਤਾਂ ਕੋ ਪਾਰ ਨਾ ਪਾਇਓ ਜਾਵੇ। ਇਹ ਉਹ ਹੈ ਜਿਹਦਾ ਕੋਈ ਪਾਰਾਵਾਰ ਪ੍ਰਾਪਤ ਨਹੀਂ ਕਰ ਸਕਦਾ। ਇਹ ਮਾਇਆ ਦਾ ਸਰੂਪ ਹੈ। ਮਾਇਆ ਨੇ ਆਪਣਾ ਰੂਪ ਧਾਰਨ ਕਰਕੇ ਆਪ ਸਾਡੀ ਸੇਵਾ ਕਰਨ ਵਾਸਤੇ ਮਾਇਆ ਖੁਦ ਚੱਲ ਕਰਕੇ ਆਉਂਦੀ ਹੈ। ਉਹਦਾ ਪਾਰਾਵਾਰ ਕੋਈ ਪ੍ਰਾਪਤ ਨਹੀਂ ਕਰ ਸਕਦਾ। ਮਾਇਆ ਰੂਪ ਜਗਤ ਨਰ ਜੋ। ਜਿਹੜੀ ਮਾਇਆ ਜੋ ਹੈ ਜਗਤ ਨਰ ਜੋ, ਭਾਵ ਕਿ ਜਿਹਨੇ ਸਾਰੇ ਜਗਤ ਨੂੰ ਜਿਸ ਮਾਇਆ ਨੇ ਪੈਦਾ ਕਰਨਾ ਕੀਤਾ। ਸਭ ਭਰਮਾਏ ਬਚੋ ਨ ਕੋ। ਮਾਇਆ ਨੇ ਦੇਖੋ ਸਾਰਿਆਂ ਨੂੰ ਭਰਮਿਤ ਕਰਨਾ ਕੀਤਾ, ਕਿਉਂਕਿ ਮਾਇਆ ਦੀ ਕਾਲਖ ਤੋਂ ਕੋਈ ਬਚ ਨਹੀਂ ਸਕਿਆ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਕਿ ਸਰਪਨੀ ਤੇ ਊਪਰ ਨਹੀਂ ਬਲਿਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਮਾਰ ਮਾਰ ਸਰਪਨੀ ਨਿਰਮਲ ਜਲ ਬੈਠੀ, ਜਿਨ ਤ੍ਰਿਭਵਨ ਡਸੀ। ਮਾਇਆ ਨੂੰ ਨਕਟੀ ਕਰਕੇ ਵੀ ਸੰਬੋਧਨ ਕਰਨਾ ਕੀਤਾ, ਮਹਾਮਾਈ ਕਰਕੇ ਵੀ, ਮਾਇਆ ਕਰਕੇ ਵੀ। ਇੱਥੇ ਮਹਾਰਾਜ ਜੀ ਨੇ ਸਰਪਨੀ ਕਰਕੇ ਸੰਬੋਧਨ ਕਰਨਾ ਕੀਤਾ ਕਿ ਇਹ ਜੋ ਮਾਇਆ ਹੈ ਇਸ ਤੋਂ ਅੱਗੇ ਕੋਈ ਬਲੀ ਨਹੀਂ ਹੈ। ਇਸ ਮਾਇਆ ਨੇ ਵੱਡੇ ਵੱਡੇ ਜਿਹੜੇ ਹਨ, ਜਿਹੜੇ ਦੇਵੀ ਦੇਵਤੇ ਬ੍ਰਹਮਾ ਵਿਸ਼ਨੂੰ ਤੇ ਮਹਾਦੇਵ, ਇਹਨਾਂ ਨੂੰ ਵੀ ਇਸ ਮਾਇਆ ਨੇ ਛਲ ਲੈਣਾ ਕੀਤਾ। ਕਹਿਣ ਦਾ ਭਾਵ ਕਿ ਇਹ ਮਾਇਆ ਤੋਂ ਇਹ ਦੇਵੀ ਦੇਵਤੇ ਵੀ ਨਹੀਂ ਬਚ ਸਕੇ। ਇਹ ਉਹ ਮਾਇਆ ਹੈ। ਦੋਹਰਾ ਸੋ ਆਵਤ ਇਸ ਹੇਤ ਤੇ ਦਵਾਦਸ਼ ਕੋਸ਼ਨ ਦੂਰ। ਸਤਿਗੁਰੂ ਜੀ ਕਹਿਣ ਲੱਗੇ ਇਸ ਕਰਕੇ, ਕਿਉਂਕਿ ਮਾਇਆ ਜਿਹੜੀ ਹੈ ਸਾਡੇ ਲਾਗੇ ਤਾਂ ਆ ਨਹੀਂ ਸਕਦੀ ਹੈ, ਸਾਡੇ ਤੋਂ 12 ਕੋਸ ਦੂਰ ਹੀ ਇਹ ਰਹਿੰਦੀ ਹੈ, ਲਾਗੇ ਨਹੀਂ ਲੱਗਦੀ। ਕਿਉਂਕਿ ਕਬੀਰ ਸਾਹਿਬ ਜੀ ਨੇ ਵੀ ਬਚਨ ਕੀਤਾ ਨਾ ਕਿ ਕਬੀਰ ਆਈ ਮੁਝਹਿ ਪਹਿ ਅਨਕ ਕਰੇ ਕਰ ਭੇਖ, ਹਮ ਰਾਖੇ ਗੁਰ ਆਪਨੇ ਉਨ ਕੀਨੋ ਆਦੇਸ। ਕਿਉਂਕਿ ਆ ਜਿਹੜੀ ਮਾਇਆ ਹੈ ਸਾਨੂੰ ਵੀ ਛਲਣ ਵਾਸਤੇ ਕਈ ਵਾਰੀ ਇਹ ਆਈ ਹੈ, ਲੇਕਿਨ ਸਾਡੇ ਗੁਰੂਆਂ ਨੇ ਪ੍ਰਮਾਤਮਾ ਨੇ ਹੱਥ ਦੇ ਕਰਕੇ ਸਾਨੂੰ ਮਾਇਆ ਤੋਂ ਬਚਾ ਲਿਆ। ਸਾਨੂੰ ਬਚਾ ਕਰਕੇ ਉਹਨੂੰ ਆਗਿਆ ਦੇ ਦਿੱਤੀ ਹੈ ਕਿ ਭਾਈ ਤੂੰ ਭਗਤਾਂ ਦੇ ਲਾਗੇ ਨਹੀਂ ਜਾਣਾ। ਜੇ ਭਗਤਾਂ ਦੇ ਲਾਗੇ ਜਾਣਾ ਤਾਂ ਫਿਰ ਦਾਸੀ ਬਣ ਕਰਕੇ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਤਾਂ ਇਹ ਮਾਇਆ ਜਿਹੜੀ ਹੈ ਗੁਰੂ ਘਰ ਦੇ ਵਿੱਚ ਭਗਤਾਂ ਦੇ ਕੋਲ ਇਹ ਦਾਸੀ ਬਣ ਕਰਕੇ ਆਉਂਦੀ। ਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਕਿਉਂਕਿ ਮਾਇਆ ਜਿਹੜੀ ਹੈ ਨਾ ਪਿਆਰਿਓ, ਇਹ ਬਹੁਤ ਗੂੜਾ ਵਿਸ਼ਾ ਹੈ। ਆਪਾਂ ਕਹਿਣਾ ਬਹੁਤ ਕਠਿਨ ਹੈ ਕਿ ਮਾਇਆ ਕਿਹਨੂੰ ਬੋਲਦੇ ਹਨ। ਇੱਕ ਤਾਂ ਜਿਹੜੀ ਹੈ ਜੜ ਮਾਇਆ ਹੁੰਦੀ ਹੈ। ਜੜ ਮਾਇਆ ਦਾ ਮਤਲਬ ਜੋ ਆਪਾਂ ਵੇਖਦੇ ਹਾਂ, ਮਾਇਆ ਪੈਸਾ ਜਿਹਨੂੰ ਬੋਲਦੇ, ਕਰੰਸੀ ਬੋਲਦੇ, ਇਹ ਜੜ ਮਾਇਆ ਹੈ। ਜ਼ਮੀਨ ਵੀ ਜਿਹੜੀ ਹੈ ਇਹ ਵੀ ਜੜ ਮਾਇਆ ਹੈ। ਜਰ ਤੇ ਜੋਰੂ ਤੇ ਜ਼ਮੀਨ ਇਹ ਜੜ ਮਾਇਆ। ਇਹ ਜੜ ਮਾਇਆ ਇੱਕ ਚੇਤਨ ਮਾਇਆ ਹੈ। ਚੇਤਨ ਮਾਇਆ ਨੇ ਸਾਰਿਆਂ ਨੂੰ, ਚੇਤਨ ਮਾਇਆ ਨੇ ਪੈਦਾ ਕਰਨਾ ਕੀਤਾ। ਮਹਾਰਾਜ ਜੀ ਨੇ ਕਿਹਾ ਨਾ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਇਹ ਉਹ ਚੇਤਨ ਮਾਇਆ ਦੀ ਗੱਲ ਚੱਲ ਰਹੀ ਹੈ ਕਿ ਜਿਸ ਚੇਤਨ ਮਾਇਆ ਤੋਂ ਤਿੰਨ ਸ਼ਕਤੀਆਂ ਜਿਹੜੀਆਂ ਹਨ ਉਹ ਪੈਦਾ ਹੋਈਆਂ। ਸਤਿਗੁਰੂ ਜੀ ਕਹਿਣ ਲੱਗੇ ਕਿ ਆ ਜਿਹੜੀ ਹੈ ਸਾਡੇ ਲਾਗੇ ਤਾਂ ਨਹੀਂ ਆ ਸਕਦੀ, ਕਿਉਂਕਿ ਭਗਤਾਂ ਨੇ ਕਿਹਾ ਨਾ
ਕਿ ਨੱਕ ਉਹ ਕਾਟੀ ਕੰਨ ਉਹ ਕਾਟੀ ਕਾਟ ਕੂਟ ਕੈ ਡਾਰੀ, ਕਿ ਉਹ ਜਿਹੜੀ ਮਾਇਆ ਨੂੰ ਭਗਤਾਂ ਨੇ ਮਹਾਂਪੁਰਖਾਂ ਨੇ ਨੱਕ ਤੋਂ ਕੰਨ ਤੋਂ ਕੱਟ ਦਿੱਤਾ, ਕੱਟ ਕੁੱਟ ਕਰਕੇ ਉਹਨੂੰ ਸੁੱਟ ਦੇਣਾ ਕੀਤਾ। ਇਸ ਕਰਕੇ ਇਹ ਲਾਗੇ ਨਹੀਂ ਆਉਂਦੀ ਹੈ, ਭਾਵ ਕਿ ਆਪਣਾ ਰੂਪ ਦਿਖਾਉਣ ਵਾਸਤੇ ਨਹੀਂ, ਲੇਕਿਨ ਜਦੋਂ ਵੀ ਆਉਂਦੀ ਹੈ ਸੇਵਾ ਕਰਨ ਵਾਸਤੇ, ਸੇਵਾ ਭਾਵਨਾ ਨੂੰ ਧਾਰਨ ਕਰਕੇ ਆਉਂਦੀ। ਜਾਂ ਤਾਂ ਆਪਾਂ ਵੇਖਦੇ ਹਾਂ ਪਿਆਰਿਓ, ਜਿੱਥੇ ਵੀ ਮਾਇਆ ਆ ਜਾਵੇ ਉੱਥੇ ਫਿਰ ਬਰਬਾਦੀ ਦਾ ਕਾਰਨ ਬਣ ਜਾਂਦਾ। ਲੇਕਿਨ ਜਦੋਂ ਸੇਵਕਾਂ ਦੇ ਕੋਲ, ਰੱਬ ਦੇ ਪਿਆਰਿਆਂ ਦੇ ਕੋਲ ਜਦੋਂ ਇਹ ਆਉਂਦੀ ਹੈ ਤਾਂ ਫਿਰ ਉਹਨਾਂ ਦੇ ਕਾਰਜ ਸਵਾਰਨ ਦੇ ਵਾਸਤੇ ਇਹ ਆਪ ਚੱਲ ਕੇ ਆਉਂਦੀ। ਰਹਿਤ ਹਮਾਰੇ ਪਾਸ ਤੇ ਛਲ ਬਲ ਹਵੈ ਨ ਹਜੂਰ, ਤੇ ਸਾਡੇ ਕੋਲ ਆ ਕਰਕੇ ਕਿਉਂ ਨਹੀਂ ਰਹਿੰਦੀ ਹੈ, ਇਹ ਛਲ ਬਲ ਨਾ ਕਰ ਸਕੇ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਅਸਾਂ ਨੇ ਮਾਇਆ ਨੂੰ ਬਹੁਤ ਦੂਰ ਰੱਖਣਾ ਕੀਤਾ। ਚੌਪਈ ਰਹਿਓ ਚਹਤ ਹੈ ਨਿਕਟ ਕੁਚਾਲੀ, ਲੇਕਿਨ ਮਾਇਆ ਸਦਾ ਸਾਨੂੰ ਅਰਦਾਸ ਕਰਦੀ ਕਹਿੰਦੀ ਹੈ ਕਿ ਸਤਿਗੁਰੂ ਮਹਾਰਾਜ ਕਿਰਪਾ ਕਰੋ, ਸਾਨੂੰ ਆਪਣੇ ਨਾਲ ਰੱਖਣਾ ਕਰੋ। ਪਾਇ ਜਾਹਿ ਨਰ ਹੋਤ ਕੋਢਾਲੀ, ਲੇਕਿਨ ਇੱਕ ਗੱਲ ਹੈ, ਜੇ ਪਿਆਰਿਓ ਮਾਇਆ ਆ ਜਾਵੇ ਨਾ ਤੇ ਬੰਦਿਆਂ ਦਾ ਸੁਭਾਅ ਜਿਹੜਾ ਹੈ ਉਹ ਕੁਢਾਲੀ ਹੋ ਜਾਂਦਾ, ਉਹ ਇੱਕਦਮ ਖਰਾਬ ਹੋ ਜਾਂਦਾ, ਇੱਕਦਮ ਉਹਨਾਂ ਦੀ ਮੱਤ ਜਿਹੜੀ ਹੈ ਮਾਰੀ ਜਾਂਦੀ ਹੈ। ਕਈ ਵਾਰੀ ਆਪਾਂ ਵੇਖਦੇ ਹਾਂ, ਕਈ ਵਾਰੀ ਆਪਾਂ ਕਹਿ ਵੀ ਦਿੰਦੇ ਹਾਂ ਕਿ ਲਓ ਜੀ ਫਲਾਣਾ ਬੰਦਾ ਤਾਂ ਬਹੁਤ ਵਧੀਆ ਸੀ, ਲੇਕਿਨ ਜੀ ਜੜ ਮਾਇਆ ਇਹ ਜਿਹੜੀ ਹੈ ਪੈਸਾ ਵੀ ਆ ਜਾਵੇ ਤੇ ਪਿਆਰਿਓ ਪ੍ਰਤਿਸ਼ਠਾ ਜਿਹੜੀ ਹੁੰਦੀ ਨਾ, ਮਾਣ ਰੁਤਬਾ, ਇਹ ਵੀ ਮਾਇਆ ਹੈ। ਜਿਨ੍ਹਾਂ ਦੇ ਕੋਲ ਕਈ ਵਾਰੀ ਵੇਖਦੇ ਹਾਂ ਮਾਨ ਵਡਿਆਈ ਰੁਤਬਾ ਵੀ ਆ ਜਾਵੇ ਤਾਂ ਫਿਰ ਉਹਨਾਂ ਨੂੰ ਵੇਖੋ ਕਿਸ ਤਰ੍ਹਾਂ ਉਹਨਾਂ ਦੇ ਤੌਰ ਤਰੀਕੇ ਬਦਲ ਜਾਂਦੇ ਹਨ। ਮਹਾਰਾਜ ਜੀ ਨੇ ਕਿਹਾ ਇਹ ਉਹ ਮਾਇਆ ਹੈ ਜਿਹਦੇ ਕੋਲ ਆ ਜਾਵੇ ਨਾ ਤੇ ਬੰਦੇ ਦਾ ਹਾਵ ਭਾਵ ਰੂਪ ਰੰਗ ਸਭ ਇਹ ਬਦਲ ਦਿੰਦੀ ਹੈ। ਕਈ ਵਾਰੀ ਵੇਖੋ ਆਪਾਂ ਵੇਖਦੇ ਹਾਂ ਤੇ ਜਦੋਂ ਵੋਟਾਂ ਦੀ ਲੋੜ ਪੈਂਦੀ, ਆਈ ਜਿਹੜੇ ਲੋਕ ਹਨ ਵੋਟਾਂ ਲੈਣ ਵਾਸਤੇ ਜਦੋਂ ਆਉਂਦੇ ਹੱਥ ਜੋੜੇ ਹੋਏ ਹੁੰਦੇ, ਦੇਖੋ ਕਿਸ ਤਰ੍ਹਾਂ ਉਹ ਹੱਥ ਜੋੜਦੇ, ਤਰਲੇ ਕੱਢਦੇ, ਮਿੰਨਤਾਂ ਕੱਢਦੇ। ਲੇਕਿਨ ਜਦੋਂ ਉਹਨਾਂ ਨੂੰ ਮਾਇਆ ਪ੍ਰਾਪਤ ਹੋ ਜਾਵੇ, ਭਾਵ ਕਿ ਪੈਸਾ ਇਹ ਵੀ ਮਾਇਆ ਹੈ ਤੇ ਰੁਤਬਾ ਜਿਹੜਾ ਹੈ ਉਹਨੂੰ ਵੀ ਪਿਆਰੋ, ਇਹ ਵੀ ਮਾਇਆ ਦਾ ਇੱਕ ਰੂਪ ਹੈ। ਜੇ ਵਧੀਆ ਉਹਨਾਂ ਨੂੰ ਮਰਾਤਬਾ ਮਿਲ ਜਾਵੇ, ਰੁਤਬਾ ਮਿਲ ਜਾਵੇ, ਫਿਰ ਉਹਨਾਂ ਦਾ ਤੌਰ ਤਰੀਕਾ ਇੱਕਦਮ ਬਦਲ ਜਾਂਦਾ। ਆਪਾਂ ਕਹਿੰਦੇ ਹੈ ਭਾਈ ਕੱਲ ਤੱਕ ਦਾ ਬੰਦਾ ਬਹੁਤ ਵਧੀਆ ਸੀ ਹੈ, ਜਿਹਦੇ ਕੋਲ ਆ ਜਾਵੇ। ਮਹਾਰਾਜ ਨੇ ਕਿਹਾ ਨਾ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ। ਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਇਹ ਜੋ ਮਾਇਆ ਹੈ ਇਹ ਪ੍ਰਮਾਤਮਾ ਨੂੰ ਭੁਲਾ ਦਿੰਦੀ ਹੈ। ਜਾਂ ਤੇ ਸੇਵ ਕਰਤ ਸੋ ਆਈ, ਇਸ ਕਰਕੇ ਇਹ ਆਪਣਾ ਵਰਚਸਵ ਦਿਖਾਉਣ ਵਾਸਤੇ ਨਹੀਂ, ਇਹ ਸੇਵਾ ਕਰਨ ਵਾਸਤੇ। ਮਾਇਆ ਵੀ ਕਹਿੰਦੀ ਨਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰੋ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਨੀ ਲਾਗੈ ਤਾਂ ਮਹਿਲ ਪਾਵੈ। ਜੇ ਮੈਂ ਮਹਾਰਾਜ ਤੁਹਾਡੇ ਚਰਨੀ ਲੱਗ ਜਾਵਾਂਗੀ ਤੇ ਮੇਰਾ ਵੀ ਉਧਾਰ ਹੋ ਜਾਵੇਗਾ। ਇਸ ਕਰਕੇ ਸੇਵਾ ਕਰਨ ਵਾਸਤੇ ਆਪ ਇਹ ਮਾਇਆ ਚੱਲ ਕੇ ਆਉਂਦੀ ਹੈ। ਸਥਿਰ ਹੋਣ ਸਮੀਪ ਸਦਾਈ, ਇਹ ਸਦਾ ਹੀ ਲੋਚਦੀ ਹੈ ਕਿ ਮੈਂ ਇੱਥੇ ਸਦਾ ਵਾਸਤੇ ਟਿਕ ਜਾਵਾਂ, ਮੈਂ ਵੀ ਗੁਰੂ ਘਰ ਦੇ ਵਿੱਚ ਮੈਂ ਵੀ ਆ ਜਾਵਾਂ, ਆਪਣਾ ਡੇਰਾ ਜਮਾ ਲਵਾਂ। ਦੋਤੇ ਸਰੂਪ ਧਰੈ ਹਮ ਜਬ ਹੀ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਹੁਣ ਇਹ ਜੋ ਮਾਇਆ ਹੈ ਨਾ, ਇਹ ਸਾਡੇ ਤੋਂ 12 ਕੋਸ ਵਿੱਥ ਦੇ ਉੱਤੇ ਰਹਿੰਦੀ ਹੈ, ਲੇਕਿਨ ਜਦੋਂ ਅਸਾਂ ਨੇ ਦੂਜਾ ਸਰੂਪ ਧਾਰਨ ਕਰਨਾ, ਖਸ਼ਟ ਕੋਸ ਪਰ ਥਿਤ ਹੈ ਤਬ ਹੀ, ਇਹ ਮਾਇਆ ਜਿਹੜੀ ਆ ਔਰ ਲਾਗੇ ਆ ਜਾਵੇਗੀ। ਅੱਜ ਸਾਡੇ ਤੋਂ 12 ਕੋਸ ਦੂਰ ਹੈ, ਲੇਕਿਨ ਜਦੋਂ ਅਸਾਂ ਨੇ ਦੂਜਾ ਜਾਮਾ ਧਾਰਨ ਕਰਨਾ ਹੈ, ਉਸ ਵੇਲੇ 6 ਕੋਸ ਇਹਨੇ ਲਾਗੇ ਆ ਜਾਣਾ ਹੈ। ਤ੍ਰਿਤੀਏ ਤਨ ਦਰ ਪਰ ਚਲ ਆਵੇ ਹੈ, ਜਦੋਂ ਤੀਜਾ ਸਰੂਪ ਅਸਾਂ ਨੇ ਧਾਰਨ ਕਰਨਾ, ਉਸ ਵੇਲੇ ਮਾਇਆ ਜਿਹੜੀ ਹੈ ਗੁਰੂ ਘਰ ਦੇ ਦਰਵਾਜ਼ੇ ਦੇ ਉੱਤੇ ਆ ਕਰਕੇ, ਬੂਹੇ ਦੇ ਉੱਤੇ ਆ ਕਰਕੇ ਇਹਨੇ ਖੜ ਜਾਣਾ। ਲੇਕਿਨ ਤੀਜੇ ਜਾਮੇ ਦੇ ਵਿੱਚ ਵੀ ਇਹਦਾ ਪ੍ਰਵੇਸ਼ ਜਿਹੜਾ ਅੰਦਰ ਨਹੀਂ ਹੋਵੇਗਾ।
ਇਹਦਾ ਵਾਸਾ ਜਿਹੜਾ ਹੈ ਗੁਰੂ ਘਰ ਦੇ ਬਾਰ-ਬਾਰ ਹੋਵੇਗਾ। ਸੇਵ ਕਰਹਿ ਸਭ ਭਾਂਤ ਰਿਝਾਵਹਿ। ਇਹਨੇ ਬਾਹਰੋਂ ਹੀ ਖੜੇ ਰਹਿ ਕਰਕੇ ਸੇਵਾ ਕਰਨੀ ਹੈ, ਹਰ ਤਰ੍ਹਾਂ ਦੇ ਨਾਲ ਪ੍ਰਸੰਨ ਕਰਨਾ। ਧਰੈ ਚਤੁਰਥੀ ਜਬ ਹਮ ਦੇਹੀ। ਸਤਿਗੁਰੂ ਜੀ ਕਹਿਣ ਲੱਗੇ ਕਿ ਜਦੋਂ ਅਸਾਂ ਨੇ ਚੌਥਾ ਸਰੂਪ ਧਾਰਨ ਕਰਨਾ ਹੈ, ਚਹੁੰਦਰ ਪ੍ਰਵੇਸ਼ੈ ਆਵੈ ਏਹੀ। ਤਾਂ ਫਿਰ ਇਹ ਜੋ ਮਾਇਆ ਨਾ ਫਿਰ ਇੱਕ ਦਰਵਾਜ਼ੇ ਦੇ ਰਾਹੀਂ ਨਹੀਂ, ਚਾਰ ਚਾਰ ਦਰਵਾਜ਼ਿਆਂ ਤੋਂ, ਚਾਰ ਚਾਰ ਦਿਸ਼ਾਵਾਂ ਦੇ ਵਿੱਚ ਜਿਹੜੇ ਚਾਰ ਦਰਵਾਜ਼ੇ ਹਨ, ਉਹਨਾਂ ਦਰਵਾਜ਼ਿਆਂ ਦੇ ਰਾਹੀਂ, ਦਰਸ਼ਨੀ ਗੇਟਾਂ ਦੇ ਰਾਹੀਂ ਇਹ ਮਾਇਆ ਨੇ ਆ ਕਰਕੇ ਗੁਰੂ ਘਰ ਦੇ ਵਿੱਚ ਪ੍ਰਵੇਸ਼ ਕਰਨਾ। ਇਸ ਕਰਕੇ ਪਿਆਰਿਓ, ਆ ਜਿਹੜਾ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਚੌਥੇ ਜਾਮੇ ਤੋਂ ਬਾਅਦ ਆ ਜਿਹੜਾ ਹੈ ਭਾਵ ਕਿ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪਾਵਨ ਜਿਹੜਾ ਅਸਥਾਨ ਹੈ, ਇਹ ਸੰਕੇਤ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਕਰ ਰਹੇ ਹਨ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚਾਰ ਮੁੱਖ ਦਰਵਾਜ਼ੇ ਹਨ, ਉਹਨਾਂ ਚਾਰ ਚਾਰ ਦਰਵਾਜ਼ਿਆਂ ਦੇ ਰਾਹੀਂ ਮਾਇਆ ਆਵੇਗੀ। ਲੇਕਿਨ ਪਿਆਰਿਓ, ਮਾਇਆ ਨੇ ਤਾਂ ਘਰ ਦੇ ਵਿੱਚ ਹਰ ਕੋਈ ਬੰਦਾ ਜਿਹੜਾ ਨਾ ਪਿਆਰਿਓ, ਮਾਫ ਕਰਨਾ, ਇਹ ਹਰ ਕਿਸੇ ਵਾਸਤੇ ਨਹੀਂ, ਲੇਕਿਨ ਹਰ ਕੋਈ ਬੰਦਾ ਇੱਥੇ ਸਤਿਗੁਰੂ ਮਹਾਰਾਜ ਜਾਂ ਸ਼ਰਧਾ ਭਾਵਨਾ ਦੇ ਨਾਲ ਨਹੀਂ ਆਉਂਦਾ। ਕਈ ਇੱਥੇ ਮਾਇਆ ਦੇ ਖਾਤਰ ਆਉਂਦੇ ਹਨ। ਕਈਆਂ ਨੂੰ ਲੱਗਦਾ ਕਿ ਚਲੋ ਚੱਲ ਕੇ ਉੱਥੇ ਕੁਛ ਸਾਨੂੰ ਮਾਇਆ ਮਿਲ ਜਾਵੇ, ਕੋਈ ਧਨ ਪਦਾਰਥ ਸਾਨੂੰ ਮਿਲ ਜਾਵੇ, ਕੁਛ ਆਪਾਂ ਲੁੱਟ ਖਸੂਟ ਕਰਕੇ ਲੈ ਕੇ ਚੱਲ ਜਾਈਏ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਨਾ ਕਿ ਭਾਈ ਇਹ ਮਾਇਆ ਜਿਹੜੀ ਹੈ ਇਹ ਫਿਰ ਗੁਰੂ ਘਰ ਦੇ ਵਿੱਚ ਆ ਜਾਵੇਗੀ, ਇਹਦੇ ਨਾਲ ਕਾਰਜ ਵੀ ਬੜੇ ਹੋਣਗੇ ਤੇ ਫਿਰ ਇਹਦੇ ਨਾਲ ਵਿਘਨ ਵੀ, ਝਗੜਾ ਵੀ ਬਹੁਤ ਜ਼ਿਆਦਾ ਪਵੇਗਾ। ਅੱਜ ਪਿਆਰਿਓ ਮਾਫ ਕਰਨਾ, ਜ਼ਿਆਦਾ ਕਰਕੇ ਤਾਂ ਝਗੜਾ ਜਿਹੜਾ ਹੈ ਤੇ ਫਿਰ ਇਹੀ ਹੁੰਦਾ ਜਦੋਂ ਕੋਈ ਅਸਥਾਨ ਜਿਹੜਾ ਹੁੰਦਾ ਜਿੱਥੇ ਜ਼ਿਆਦਾ ਚੜ੍ਹਤ ਚੜਾਵਾ ਨਹੀਂ ਹੁੰਦਾ, ਉੱਥੇ ਕਿਸੇ ਦਾ ਜ਼ਿਆਦਾ ਧਿਆਨ ਨਹੀਂ ਹੁੰਦਾ। ਜਿੱਥੇ ਚੜ੍ਹਤ ਚੜਾਵਾ ਵੱਧ ਜਾਵੇ, ਮਾਇਆ ਜ਼ਿਆਦੀ ਆ ਜਾਵੇ, ਫਿਰ ਸਾਰਿਆਂ ਦਾ ਧਿਆਨ ਉੱਥੇ ਲੱਗ ਜਾਂਦਾ। ਉਹਨਾਂ ਨੂੰ ਲੱਗਦਾ ਚਲੋ ਜੀ ਆਪਾਂ ਵੀ ਜਾ ਕਰਕੇ ਹੱਥ ਸਾਫ਼ ਕਰਨਾ ਕਰੀਏ, ਆਪਾਂ ਵੀ ਜਾ ਕਰਕੇ ਕੁਛ ਮਾਇਆ ਦੀ ਉੱਥੇ ਪੰਡ ਭਰ ਕੇ ਲੈ ਕੇ ਆਉਣਾ ਕਰੀਏ। ਫਿਰ ਪਿਆਰਿਓ, ਆ ਜੋ ਹੈ ਝਗੜੇ, ਆ ਜੋ ਹੈ ਦੰਗੇ ਫਸਾਦ ਆਦਿਕ, ਆ ਰਾਜਨੀਤੀ ਆਦਿਕ ਜੋ ਹੈ, ਫਿਰ ਇਹ ਸਿਰਫ ਮਾਇਆ ਦੇ ਕਰਕੇ ਹੁੰਦਾ ਹੈ, ਮਾਇਆ ਤੇ ਇੱਕ ਰੁਤਬਾ ਪ੍ਰਾਪਤ ਹੋ ਜਾਵੇ ਕਰਕੇ। ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਸਪਸ਼ਟ ਤੌਰ ਤੇ ਬਚਨ ਕਰਨਾ ਕੀਤਾ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਨਾ ਕਿ ਤੈਸੇ ਮਾਇਆ ਡਰ ਡਰ ਪਤਹਾਰ ਗੁਰਦੁਆਰੇ ਜਾਵੇ, ਤਾਹਾਂ ਜੋ ਮਾਇਆ ਵਿਆਪੈ ਕਹਾਂ ਠਹਿਰਾਈਐ। ਕਿ ਇਸ ਤਰ੍ਹਾਂ ਪਹਿਲੇ ਉਹਨਾਂ ਨੇ ਦ੍ਰਿਸ਼ਟਾਂਤ ਦਿੱਤੇ, ਤਿੰਨ ਉਹਨਾਂ ਨੇ ਦ੍ਰਿਸ਼ਟਾਂਤ ਵਰਤਨੇ ਕੀਤੇ। ਉਹਨਾਂ ਨੇ ਕਿਹਾ ਕਿ ਬਾਹਰ ਕੀ ਅਗਨ ਬੁਝਤ ਜਲ ਸਰਤਾ ਕੈ, ਨਾਉ ਮੈਂ ਜੋ ਲਾਗੈ ਆਗ ਕੈਸੇ ਕੈ ਬੁਝਾਈਐ। ਜੇ ਆਪਾਂ ਵੇਖਦੇ ਹਾਂ ਕਿੱਥੇ ਬਾਹਰ ਅੱਗ ਲੱਗ ਜਾਵੇ ਨਾ, ਘਰਾਂ ਦੇ ਵਿੱਚ ਅੱਗ ਲੱਗ ਜਾਵੇ, ਤੇ ਆਪਾਂ ਕੀ ਕਰਦੇ ਹਾਂ, ਪਾਣੀ ਪਾ ਕਰਕੇ ਉਹਨੂੰ ਬੁਝਾ ਦਿੰਦੇ। ਪਾਣੀ ਦੇ ਨਾਲ ਬਾਹਰ ਦੀ ਅੱਗ ਤਾਂ ਬੁਝ ਜਾਂਦੀ ਹੈ, ਲੇਕਿਨ ਕਈ ਵਾਰੀ ਪਿਆਰਿਓ ਜੋ ਸਮੁੰਦਰ ਦੇ ਵਿੱਚ ਜਾਂ ਨਦੀਆਂ ਦੇ ਵਿੱਚ ਬੇੜੇ ਤਰਦੇ ਹਨ, ਬੇੜੇ ਦੇ ਵਿੱਚ ਪਿਆਰਿਓ ਅੱਗ ਲੱਗ ਜਾਵੇ, ਬੇੜਾ ਤਾਂ ਰਹਿੰਦਾ ਪਾਣੀ ਦੇ ਵਿੱਚ, ਲੇਕਿਨ ਉਹਨੂੰ ਅੱਗ ਲੱਗ ਜਾਵੇ ਤੇ ਫਿਰ ਪਾਣੀ ਦੇ ਨਾਲ ਉਹ ਬੇੜੇ ਦੀ ਅੱਗ ਜਿਹੜੀ ਹੈ ਨਹੀਂ ਬੁਝਦੀ ਹੈ। ਤੇ ਨੌਕਾ ਨੂੰ, ਜਹਾਜ਼ ਨੂੰ ਕੋਈ ਅੱਗ ਲੱਗ ਜਾਵੇ ਤੇ ਬੇਸ਼ੱਕ ਪਾਣੀ ਦੇ ਨਾਲ ਬਾਹਰ ਦੀ ਅੱਗ ਤਾਂ ਬੁਝਾ ਸਕਦੇ ਹੋ, ਲੇਕਿਨ ਜਹਾਜ਼ ਨੂੰ ਉਹੀ ਲੱਗ ਜਾਵੇ ਜੋ ਪਾਣੀ ਦੇ ਵਿਚਕਾਰ ਹੈ, ਤੁਸੀਂ ਫਿਰ ਉਹਨੂੰ ਕਿਸ ਤਰ੍ਹਾਂ ਬੁਝਾਓਗੇ। ਤੇ ਫਿਰ ਦੂਜਾ ਦ੍ਰਿਸ਼ਟਾਂਤ ਵਰਤਨਾ ਕੀਤਾ ਗਿਆ ਕਿ ਬਾਹਰ ਸਹਿ ਭਾਗ ਉਹ ਓਟ ਲੀਜੀਅਤ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਐ। ਕਿ ਕੋਈ ਬੰਦਾ ਉਹਦੇ ਮਗਰ ਧਾੜ ਵੀ ਪਏ ਹੋਏ ਹੋਣ ਤੇ ਉਹ ਬਚਦਾ ਬਚਾਉਂਦਾ ਕੋਈ ਕਿਲੇ ਕੋਟ ਦੇ ਵਿੱਚ ਜਾ ਕਰਕੇ ਲੁਕ ਜਾਵੇ ਤੇ ਕਵੇ ਕਿ ਲਓ ਜੀ ਆ ਕਿਲੇ ਦੇ ਵਿੱਚ ਮੈਂ ਆ ਗਿਆ, ਆਪਣੇ ਘਰ ਦੇ ਵਿੱਚ ਆ ਗਿਆ, ਹੁਣ ਮੈਨੂੰ ਕੋਈ ਨਹੀਂ ਲੁੱਟੇਗਾ। ਬੇਸ਼ੱਕ ਪਿਆਰਿਓ ਬਾਹਰੋਂ ਭੱਜ ਕੇ ਕਿਸੇ ਓਟ ਜਾਂ ਕਿਲੇ ਦੇ ਵਿੱਚ ਆ ਜਾਓ, ਬਚ ਸਕਦੇ, ਲੇਕਿਨ ਅੰਦਰ ਲੁਟੇਰੇ ਬੈਠੇ ਹੋਣ ਕਿਲੇ ਦੇ ਵਿੱਚ, ਤੁਸੀਂ ਬਾਹਰੋਂ ਭੱਜ ਕਰਕੇ ਆ ਗਏ ਕਿਲੇ ਵਿੱਚ ਤੇ ਕਿਹਾ ਕਿ ਚਲੋ ਜੀ ਸੁੱਖ ਦਾ ਸਾਸ ਲਿਆ ਅਸਾਂ ਨੇ,
ਚੋਰਾਂ ਤੋਂ ਆ ਲੁਟੇਰਿਆਂ ਤੋਂ ਬਚ ਗਏ। ਲੇਕਿਨ ਅੰਦਰ ਕਿਲੇ ਦੇ ਅੰਦਰ ਲੁਟੇਰੇ ਬੈਠੇ ਹੋਣਗੇ ਤਾਂ ਤੁਹਾਨੂੰ ਕਿਹਨੇ ਬਚਾਉਣਾ ਹੈ? ਚੋਰਨ ਕੈ ਤਰਾਸ ਜਾਏ ਸ਼ਰਨ ਗਹਿ ਮਹੀਪਤ, ਮਾਰੇ ਮਹੀਪਤ ਜੀਓ ਕੈਸੇ ਠਹਿਰਾਈਐ। ਕੋਈ ਬੰਦਾ ਚੋਰਾਂ ਤੋਂ ਡਰ ਕਰਕੇ ਰਾਜੇ ਕੋਲ ਜਾ ਕਰਕੇ ਫਰਿਆਦ ਕਰਨਾ ਕਰੇ ਕਿ ਰਾਜਨ ਸਾਨੂੰ ਬਚਾ ਲੈਣਾ ਕਰ, ਆ ਬੰਦੇ ਚੋਰ ਸਾਡੇ ਘਰ ਵਿੱਚ ਚੋਰੀ ਕਰਨ ਵਾਸਤੇ ਆਏ ਤੇ ਮੈਨੂੰ ਇਹਨਾਂ ਨੇ ਮਾਰ ਦੇਣਾ। ਤੇ ਕੋਈ ਜਾਵੇ ਨਾ ਰਾਜੇ ਕੋਲ ਤੇ ਰਾਜੇ ਦਾ ਪਿਆਰਿਓ ਫਰਜ਼ ਬਣਦਾ ਕਿ ਹਾਂ ਜੀ ਆ ਮੇਰੀ ਪਰਜਾ ਹੈ, ਇਹ ਆਸ ਲੈ ਕਰਕੇ ਮੇਰਾ ਕਰਤੱਵ ਬਣਦਾ ਹੈ, ਮੇਰਾ ਧਰਮ ਬਣਦਾ ਹੈ ਕਿ ਇਹਨਾਂ ਦੀ ਮੈਨੇ ਰਖਵਾਲੀ ਕਰਨੀ ਹੈ। ਕਈ ਵਾਰੀ ਬੰਦਾ ਜਿਹੜਾ ਬਾਹਰੀ ਤੌਰ ਤੇ ਚੋਰੀ ਕਰਕੇ ਜਾਓ, ਉਹਨੇ ਤੁਹਾਨੂੰ ਮਾਰ ਕਰਕੇ ਤੁਹਾਡੀ ਮਾਇਆ ਹੜੱਪ ਕਰ ਜਾਵੇ ਤਾਂ ਤੁਹਾਨੂੰ ਕੌਣ ਬਚਾ ਸਕਦਾ? ਭਾਈ ਸਾਹਿਬ ਜੀ ਨੇ ਕਿਹਾ ਨਾ ਇਸ ਤਰ੍ਹਾਂ ਹੀ ਕਿ ਜਿਹੜਾ ਕੋਈ ਬੱਚਾ ਜਿਹੜਾ ਨਾ ਉਹਦੇ ਪਿਆਰਿਓ ਸਾਰੇ ਦੁਸ਼ਮਣ ਵੀ ਬਣ ਜਾਣ ਤਾਂ ਬੱਚਾ ਕਈ ਵਾਰੀ ਬਚ ਜਾਂਦਾ। ਲੇਕਿਨ ਬੱਚੇ ਨੂੰ ਜਨਮ ਦੇਣ ਵਾਲੀ ਜੇ ਮਾਂ ਉਹਦੀ ਦੁਸ਼ਮਣ, ਦੁੱਧ ਪਿਆਉਣ ਵਾਲੀ ਮਾਂ ਉਹਦੀ ਦੁਸ਼ਮਣ ਬਣ ਜਾਵੇ, ਜੇ ਉਹਦੀ ਮਾਂ ਉਹਨੂੰ ਮਾਰਨ ਵਾਸਤੇ ਆ ਜਾਵੇ, ਉਹ ਬੱਚੇ ਨੂੰ ਸੱਚ ਜਾਣੋ ਕੋਈ ਨਹੀਂ ਬਚਾ ਸਕਦਾ। ਤੇ ਫਿਰ ਅਖੀਰਲੀ ਪੰਕਤੀ ਦੇ ਵਿੱਚ ਭਾਈ ਸਾਹਿਬ ਜੀ ਨੇ ਕਿਹਾ ਕਿ ਤੈਸੇ ਮਾਇਆ ਡਰ ਡਰ ਪਤਹਾਰ ਗੁਰਦੁਆਰੇ ਜਾਵੇ, ਤਾਹਾਂ ਜੋ ਮਾਇਆ ਵਿਆਪੈ ਕਾਹਾਂ ਠਹਿਰਾਈਐ। ਕਿ ਇਸ ਤਰ੍ਹਾਂ ਹੀ ਕਈ ਵਾਰੀ ਆਪਾਂ ਮਾਇਆ ਤੋਂ ਡਰ ਕਰਕੇ, ਮਾਇਆ ਦੇ ਪ੍ਰਭਾਵ ਤੋਂ ਬਚਣ ਵਾਸਤੇ ਗੁਰੂ ਘਰ ਦੇ ਵਿੱਚ ਆਉਂਦੇ ਆ। ਲੇਕਿਨ ਪਿਆਰਿਓ ਜੇ ਗੁਰੂ ਘਰ ਦੇ ਵਿੱਚ ਆ ਕਰਕੇ ਉਹਨੂੰ ਮਾਇਆ ਚਿੰਮੜ ਜਾਵੇ, ਉਹਨੂੰ ਲੋਭ ਲੱਗ ਜਾਵੇ, ਉਹਨੂੰ ਲਾਲਚ ਲੱਗ ਜਾਵੇ, ਤਾਂ ਫਿਰ ਪਿਆਰਿਓ ਉਹ ਬੰਦਾ ਕਿੱਥੇ ਬਚ ਸਕਦਾ? ਭਾਵ ਕਿ ਉਹਦਾ ਬਚਣ ਦਾ ਕੋਈ ਉਪਾਅ ਨਹੀਂ ਹੈ, ਉਹਨੇ ਤਾਂ ਗਰਕ ਹੋਣਾ ਹੀ ਹੈ। ਬੇਸ਼ੱਕ ਬਾਹਰ ਤੁਸੀਂ ਪਾਪ ਕਰੋ, ਗੁਰੂ ਘਰ ਦੇ ਵਿੱਚ ਆ ਜਾਓ ਤੇ ਬਖਸ਼ੇ ਜਾਓਗੇ, ਲੇਕਿਨ ਗੁਰੂ ਘਰ ਦੇ ਵਿੱਚ ਆ ਕਰਕੇ ਕਿਹਨੇ ਪਾਪ ਕੀਤਾ, ਗਲਤ ਕੰਮ ਕੀਤਾ, ਤੇ ਆਪ ਯਕੀਨ ਕਰੋ ਕਿੱਥੇ ਉਹਨੇ ਜਾ ਕਰਕੇ ਬਚਣਾ ਹੈ। ਭਾਵ ਕਿ ਬਾਹਰ ਦਾ ਕੋਈ ਪਾਪੀ ਆਵੇ ਇੱਥੇ ਅਰਦਾਸ ਕਰੇ ਬਚ ਸਕਦਾ, ਲੇਕਿਨ ਇੱਥੇ ਆ ਕਰਕੇ ਤੁਸੀਂ ਗਲਤ ਕੰਮ ਕਰੋ, ਪਾਪ ਕਰੋ ਤਾਂ ਤੁਹਾਨੂੰ ਕਿਸੇ ਨੇ ਵੀ ਨਹੀਂ ਬਚਾਉਣਾ, ਤੁਸਾਂ ਨੇ ਤਾਂ ਗਰਕ ਹੋ ਜਾਣਾ ਹੈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਕਿ ਚੌਥੇ ਜਾਮੇ ਦੇ ਵਿੱਚ ਇਹ ਮਾਇਆ ਜਿਹੜੀ ਹੈ ਗੁਰੂ ਘਰ ਦੇ ਵਿੱਚ ਇਹਦਾ ਪ੍ਰਵੇਸ਼ ਹੋਵੇਗਾ। ਇਹਦੇ ਨਾਲ ਕਾਰਜ ਵੀ ਬੜੇ ਹੋਣਗੇ, ਕਿਉਂਕਿ ਮਾਇਆ ਜਿਹੜੀ ਹੈ, ਮਾਇਆ ਦੇ ਨਾਲ ਪਿਆਰਿਓ ਇਹ ਤਾਂ ਆਪਣਾ ਹੁੰਦਾ ਹੈ ਕਿ ਉਹਨੂੰ ਚੰਗੇ ਪਾਸੇ ਲਾਓ ਤਾਂ ਠੀਕ ਹੈ, ਗਲਤ ਪਾਸੇ ਲਾ ਦਿਓ ਤੇ ਉਹੀ ਪਿਆਰਿਓ ਜ਼ਹਿਰ ਬਣ ਜਾਂਦੀ ਹੈ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਜਿਹੜੀ ਮਾਇਆ ਆਉਂਦੀ, ਚੰਗੇ ਪਾਸੇ ਲਾਓ ਇਹ ਤਾਂ ਫਿਰ ਮਾਇਆ ਸਫਲੀ ਹੋ ਗਈ। ਲੇਕਿਨ ਫਿਰ ਇੱਥੇ ਆ ਕਰਕੇ ਚੋਰੀਆਂ ਜਾਂ ਗਲਤ ਕੰਮ ਵਾਸਤੇ ਆਪਾਂ ਮਾਇਆ ਦੇ ਵਾਸਤੇ ਲੋਛੂ ਕਰਦੇ ਆ, ਇੱਥੇ ਆ ਕਰਕੇ ਮਾਇਆ ਹੜਪ ਕਰਨ ਦਾ, ਇੱਥੇ ਆ ਕਰਕੇ ਕਰਪਸ਼ਨ ਕਰਨ ਦਾ ਜੇ ਆਪਾਂ ਮਨ ਬਣਾਵਾਂਗੇ, ਉਹ ਬੰਦਾ ਫਿਰ ਕਿੱਥੇ ਵੀ ਬਚ ਨਹੀਂ ਸਕਦਾ। ਇਸ ਪ੍ਰਕਾਰ ਸਭ ਭੇਦ ਬਤਾਵਾ, ਇਸ ਤਰ੍ਹਾਂ ਦਾ ਸਾਰਾ ਭੇਦ ਜਿਹੜਾ ਸਤਿਗੁਰੂ ਮਹਾਰਾਜ ਜੀ ਨੇ ਦੱਸਿਆ। ਸੁਣ ਲਹਿਣੇ ਹਿਰਦੇ ਹਰਖਾਵਾ, ਸੁਣ ਕਰਕੇ ਬਾਬਾ ਲੈਣਾ ਜੀ ਹਿਰਦੇ ਵਿੱਚ ਬਹੁਤ ਜ਼ਿਆਦਾ ਪ੍ਰਸੰਨ ਹੋਏ। ਭਰਿਓ ਪ੍ਰੇਮ ਉਰ ਸੇਵਾ ਕਰਹੀ, ਮਨ ਜਿਹੜਾ ਪ੍ਰੇਮ ਦੇ ਨਾਲ ਗਦਗਦ ਹੋ ਗਿਆ, ਭਰ ਗਿਆ। ਹੁਣ ਔਰ ਦੂਣ ਸਵਾਈ ਉਹਨਾਂ ਨੇ ਸੇਵਾ ਕਰਨੀ ਕੀਤੀ। ਨਹੀਂ ਅਹੰਤਾ ਰੰਚਕ ਧਰਹੀ, ਲੇਕਿਨ ਮਨ ਦੇ ਵਿੱਚ ਰੱਤਾ ਮਾਤਰ ਵੀ ਉਹਨਾਂ ਨੇ ਅਹੰਕਾਰ ਨਹੀਂ ਧਾਰਨ ਕਰਨਾ ਕੀਤਾ ਕਿ ਭਾਈ ਇਹ ਮੇਰੀ ਸੇਵਾ ਹੈ, ਇਹ ਮੈਂ ਸੇਵਾ ਕਰਦਾ, ਮੈਂ ਇੰਨੀ ਸੇਵਾ ਕਰਦਾ ਕਰਕੇ। ਇਸ ਬਿਦ ਦਿਵਸ ਕੀਤੀ, ਇਸ ਬਿਦ ਦਿਵਸ ਬਤੀਤੇ ਕੇਤੇ, ਇਸ ਤਰ੍ਹਾਂ ਕਈ ਦਿਨ ਪਿਆਰਿਓ ਬਤੀਤ ਹੋ ਗਏ। ਕਰਹਿ ਸਦਨ ਵੈ ਕਾਰਜ ਤੇ ਜੋ ਵੀ ਗੁਰੂ ਘਰ ਦੇ ਵਿੱਚ ਕਾਰਜ ਹੁੰਦੇ ਹਨ, ਬਾਬਾ ਲੈਣਾ ਜੀ ਕਦੇ ਇਹ ਨਹੀਂ ਵੇਖਦੇ ਕਿ ਭਾਈ ਆ ਮੇਰਾ ਕੰਮ ਨਹੀਂ ਹੈ। ਕਈ ਵਾਰੀ ਸੇਵਾਦਾਰਾਂ ਨੂੰ ਲੱਗਦਾ ਕਿ ਆਪਾਂ ਕਹਿੰਦੇ ਨਾ ਕਿ ਭਾਈ ਆ ਕੰਮ ਕਰੋ, ਉਹ ਕਹਿੰਦੇ ਜੀ ਆ ਮੇਰਾ ਕੰਮ ਨਹੀਂ ਹੈ, ਆ ਮੇਰੀ ਡਿਊਟੀ ਨਹੀਂ ਹੈ, ਮੇਰਾ ਤਾਂ ਕੰਮ ਇੰਨਾ ਹੀ ਹੈ। ਨਹੀਂ ਪਿਆਰਿਓ, ਇਹ ਸੇਵਕ ਦੀ ਪਰਿਭਾਸ਼ਾ ਨਹੀਂ ਹੈ। ਸੇਵਕ ਦਾ ਮਤਲਬ ਜਿੱਥੇ ਵੀ ਲੋੜ ਪੈ ਜਾਵੇ ਤੇ ਉਹ ਉੱਥੇ ਭੱਜ ਕਰਕੇ ਸੇਵਾ ਕਰਨਾ ਕਰੇ। ਤੇ ਸਤਿਗੁਰੂ ਮਹਾਰਾਜ ਜੀ ਨੇ ਜਿੱਥੇ ਵੀ ਲੋੜ ਪੈਂਦੀ ਹੈ
ਕਦੇ ਲੰਗਰ ਦੇ ਵਿੱਚ ਲੋੜ ਪੈ ਜਾਵੇ ਉੱਥੇ ਸੇਵਾ ਦੇ ਵਿੱਚ ਲੱਗ ਜਾਂਦੇ, ਕਦੇ ਸੰਗਤਾਂ ਦਾ ਪ੍ਰਬੰਧ ਕਰਨਾ, ਕਦੇ ਲੱਕੜਾਂ ਨੂੰ ਲਿਆਉਣਾ। ਭਾਵ ਕਿ ਜਿੱਥੇ ਵੀ ਸੇਵਾ ਦੀ ਲੋੜ ਪੈਂਦੀ ਉਥੇ ਬਾਬਾ ਲੈਣਾ ਜੀ ਜਾ ਕਰਕੇ ਤਤਪਰ ਹੋ ਜਾਂਦੇ। ਏਕ ਸਮੈ ਧਰਮਸ਼ਾਲਾ ਮਾਹੀ, ਇੱਕ ਦਿਨ ਦੀ ਗੱਲ ਹੈ, ਧਰਮਸ਼ਾਲਾ ਦੇ ਵਿੱਚ ਰੁਚਿਰ ਪ੍ਰਿਅੰਕ ਡਸਾਵਾ ਤਾਹੀ, ਸਤਿਗੁਰੂ ਮਹਾਰਾਜ ਜੀ ਦੇ ਵਾਸਤੇ ਕਰ ਰਹੇ ਸਨ। ਲਹਿਣਾ ਸੀਤਲ ਪੌਣ ਝੁਲਾਹੀ, ਬਾਬਾ ਲੈਣਾ ਜੀ ਨੇ ਫਿਰ ਸੀਤਲ ਪਵਨ ਝੁਲਾਰ ਦੇ, ਭਾਵ ਕੇ ਪੱਖਾ ਲੈ ਕਰਕੇ ਸੀਤਲ ਹਵਾ ਜਿਹੜੀ ਹੈ ਝਲਣਾ ਕੀਤਾ। ਹਲਤ ਹੁਤੇ ਪਦ ਪੰਕਜ ਦੋ, ਲੇਕਿਨ ਕੀ ਤੱਕਦੇ ਹਨ, ਪੱਖਾ ਝਲਦੇ ਚੱਲਦੇ ਤੇ ਬਾਬਾ ਲੈਣਾ ਜੀ ਦੀ ਨਿਗਾਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵੱਲ ਪੈ ਗਈ। ਸਤਿਗੁਰੂ ਮਹਾਰਾਜ ਜੀ ਦੇ ਚਰਨ ਜਿਹੜੇ ਖੁਦ ਬਾ ਖੁਦ ਹਲਕਾ ਹਲਕੇ ਜੇ ਹਲ ਰਹੇ ਸਨ। ਜਿਨ ਕੇ ਅਹੈ ਸਮੀਪ ਨ ਕੋ, ਨਾਲ ਇਹ ਵੀ ਤੱਕਿਆ ਮਹਾਰਾਜ ਜੀ ਨੇ ਕਿ ਸਤਿਗੁਰੂ ਮਹਾਰਾਜ ਜੀ ਦੇ ਨਾਲ ਤਾਂ ਕੋਈ ਵੀ ਨਹੀਂ ਹੈ। ਜੇ ਪਿਆਰਿਓ ਕੋਈ ਨਾਲ ਹੁੰਦਾ, ਕੋਈ ਹਿਲਾਉਂਦਾ ਜਾਂ ਕੋਈ ਬੰਦਾ ਖਿੱਚਦਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਹਾਂਜੀ ਆਹ ਸਰੀਰ ਇਸ ਕਰਕੇ ਹਰਕਤ ਕਰ ਰਿਹਾ। ਮਹਾਰਾਜ ਵਿਸ਼ਰਾਮ ਕਰ ਰਹੇ ਹਨ, ਖੁਦ ਬਾ ਖੁਦ ਦੋਵੇਂ ਚਰਨ ਹਲੀ ਜਾ ਰਹੇ। ਇਹ ਬਿਲੋਕ ਲਹਿਣਾ ਬਿਸਮਾਨੇ, ਆ ਕੌਤਕ ਵੇਖ ਕਰਕੇ ਬਾਬਾ ਲੈਣਾ ਜੀ ਬਹੁਤ ਜ਼ਿਆਦਾ ਵਿਸਮਿਤ ਹੋ ਗਏ। ਦਵੈ ਕਰ ਜੋਰੇ ਬਚਨ ਬਖਾਨੇ, ਦੋਵੇਂ ਹੱਥ ਜੋੜ ਕਰਕੇ ਜਦੋਂ ਸਤਿਗੁਰੂ ਮਹਾਰਾਜ ਸੁਚੇਤ ਹੋਏ ਉਸ ਵੇਲੇ ਬਚਨ ਕਰਨਾ ਕੀਤਾ। ਕਿਹ ਕਾਰਨ ਪਦ ਪੰਕਜ ਦੋਈ, ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕੀ ਕਾਰਨ ਹੈ ਜੋ ਆਪ ਜੀ ਦੇ ਦੋਵੇਂ ਚਰਨ ਕਮਲ ਚੰਚਲ ਹੋਤ ਆਪ ਤੇ ਸੋਈ, ਆਪੇ ਆਪ, ਭਾਵ ਕੇ ਕੋਈ ਇਹਨੂੰ ਹਰਕਤ ਨਹੀਂ ਕਰ ਰਿਹਾ, ਕੋਈ ਨਹੀਂ ਹਿਲਾ ਰਿਹਾ ਸੀ, ਇਹ ਖੁਦ ਬਾ ਖੁਦ ਸਤਿਗੁਰੂ ਮਹਾਰਾਜ ਜੀ ਕਿਉਂ ਹਲ ਰਹੇ ਸਨ। ਕੋਈ ਨਾ ਪੇਖੀਅਤ ਜਿਨ ਹੈ ਸਮੀਪਾ, ਨਾਲ ਮੈਨੇ ਚੰਗੀ ਤਰ੍ਹਾਂ ਵੇਖਣਾ ਵੀ ਕੀਤਾ, ਕੋਈ ਆਪ ਜੀ ਦੇ ਲਾਗੇ ਨਜ਼ਰ ਨਹੀਂ ਆ ਰਿਹਾ। ਫਿਰ ਵੀ ਮਹਾਰਾਜ ਆਪ ਤਾਂ ਵਿਸ਼ਰਾਮ ਦੇ ਵਿੱਚ ਸਨ, ਲੇਕਿਨ ਆਪ ਜੀ ਦੇ ਚਰਨ ਕਮਲ ਖੁਦ ਬਾ ਖੁਦ ਹਲੀ ਜਾ ਰਹੇ। ਸੁਨ ਬੋਲੇ ਬੇਦੀ ਕੁਲਦੀਪ, ਸੁਨ ਕਰਕੇ ਬੇਦੀ ਕੁਲਦੀਪ ਨੇ ਬਚਨ ਕਰਨਾ ਕੀਤਾ। ਤੂੰ ਹੈ ਮੇਰੋ ਪਰਮ ਪਿਆਰੋ, ਸਤਿਗੁਰੂ ਜੀ ਕਹਿਣ ਲੱਗੇ ਪੁਰਖਾ ਤੂੰ ਮੇਰਾ ਪਰਮ ਪਿਆਰਾ ਸਿੱਖ ਹੈ। ਜਾਂ ਤੇ ਸਭ ਹੀ ਭੇਦ ਉਚਾਰੋ, ਇਸ ਕਰਕੇ ਆ ਭੇਦ ਜਿਹੜਾ ਅਸੀਂ ਤੈਨੂੰ ਦੱਸਦੇ ਆਂ ਤੇ ਕਹਿਣਾ ਬਣਦਾ ਵੀ ਹੈ। ਜਿਹੜਾ ਪਿਆਰਿਓ ਆਪਣਾ ਜਿਹਨੂੰ ਆਪਾਂ ਬੋਲਦੇ ਆ ਕਿ ਹਾਂਜੀ ਆ ਫਲਾਣਾ ਬੰਦਾ ਆਪਣਾ ਹੈ, ਮੇਰਾ ਹੈ, ਇਹਦੇ ਨਾਲ ਮੇਰੀ ਬੜੀ ਬਣਦੀ ਹੈ, ਉਹਦੇ ਨਾਲ ਕੋਈ ਗੱਲ ਛੁਪਾਓ ਲੁਕਾਓ ਤਾਂ ਗੱਲ ਨਹੀਂ ਬਣਦੀ ਹੈ। ਫਿਰ ਤਾਂ ਆਪਣਤਵ ਥੋੜੀ ਹੋਇਆ। ਜਿੱਥੇ ਆਪਣਤਵ ਆ ਜਾਵੇ ਫਿਰ ਉੱਥੇ ਪਿਆਰਿਓ ਕੋਈ ਮੇੜ ਤੇ ਨਹੀਂ ਰਹਿੰਦੀ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਤੂੰ ਮੇਰਾ ਪਿਆਰਾ ਸਿੱਖ ਹੈ, ਇਸ ਕਰਕੇ ਤੁਹਾਨੂੰ ਇਹ ਭੇਦ ਮੈਂ ਦੱਸਦਾ ਹਾਂ। ਅਮਰ ਬ੍ਰਿੰਦ ਛਵੈ ਛਵੈ ਜੁਗ ਪਾਈ, ਸਤਿਗੁਰੂ ਜੀ ਕਹਿਣ ਲੱਗੇ ਜਦੋਂ ਅਸੀਂ ਵਿਸ਼ਰਾਮ ਕਰਦੇ ਨਾ ਤੇ ਅਮਰ ਦਾ ਮਤਲਬ ਜੋ ਦੇਵਤੇ ਹਨ, ਜੋ ਦੇਵ ਆਤਮਾਵਾਂ ਹਨ, ਭਾਵ ਕਿ ਜੋ ਸੂਖਸ਼ਮ ਸਰੂਪ ਜਿਹਨੂੰ ਆਪਾਂ ਬੋਲਦੇ ਆ, ਭਾਵ ਜਿਹਨੂੰ ਆਪਾਂ ਸ਼ਹੀਦ ਸਿੰਘ ਬੋਲਦੇ ਆ, ਇਹ ਗੁਪਤ ਆਤਮਾਵਾਂ ਜੋ ਹਨ ਉਹ ਚੱਲ ਕਰਕੇ ਆਉਂਦੀਆਂ। ਬੰਧਨ ਕਰ ਕਰ ਸਦਨ ਸਿਧਾਈ, ਇਹ ਬਾਰੀ ਆ ਕਰਕੇ ਸਾਡੇ ਚਰਨਾਂ ਦੇ ਉੱਤੇ ਬੰਧਨ ਕਰਦੇ, ਮੱਥਾ ਟੇਕਦੇ, ਤੇ ਜਦੋਂ ਵੀ ਇਹਨਾਂ ਦਾ ਮੱਥਾ ਲੱਗਦਾ ਸਾਡਾ ਚਰਨ ਹਲ ਜਾਂਦਾ, ਪੈਰ ਥੋੜਾ ਜਿਹਾ ਦਬ ਜਾਂਦਾ, ਉਂਗਲੀਆਂ ਦਬ ਜਾਂਦੀਆਂ, ਫਿਰ ਖੜ ਜਾਂਦੀਆਂ। ਇਹ ਨਮਸਕਾਰ ਕਰ ਕਰਕੇ ਮੱਥਾ ਟੇਕ ਕਰਕੇ ਵਾਪਸ ਜਾਂਦੀਆਂ। ਆਵਹਿ ਮਿਲ ਕਰ ਕਬ ਕਬ ਸਾਰੇ, ਕਦੇ ਕਦਾਈ ਇਹ ਸਾਰੀਆਂ ਦੇਵ ਆਤਮਾਵਾਂ ਜੋ ਹਨ, ਸ਼ਹੀਦ ਸਿੰਘ ਜਿਹਨੂੰ ਆਪਾਂ ਗੁਰਮਤ ਬੋਲੇ ਦੇ ਵਿੱਚ, ਖਾਲਸੇ ਦੇ ਬੋਲੇ ਦੇ ਵਿੱਚ ਬੋਲਦੇ ਆ, ਕਿਉਂਕਿ ਇਸ ਤੋਂ ਪਹਿਲਾਂ ਵੀ ਪਿਆਰਿਓ ਕਈ ਵਾਰੀ ਦਾਸ ਨੇ ਬੇਨਤੀ ਕੀਤੀ ਕਿ ਭਾਈ ਜੋ ਗੁਪਤ ਰੂਹਾਂ ਹੁੰਦੀਆਂ ਹਨ, ਜ਼ਿਆਦਾ ਕਰਕੇ ਦੋ ਤਰ੍ਹਾਂ ਦੀਆਂ ਗੁਪਤ ਰੂਹਾਂ ਹੁੰਦੀਆਂ। ਇੱਕ ਨੂੰ ਕਹਿੰਦੇ ਜੀ ਦੈਂਤ ਆਤਮਾ, ਜੋ ਬਹੁਤ ਭੈੜੀਆਂ ਆਤਮਾਵਾਂ, ਭੈੜੀਆਂ ਰੂਹਾਂ ਹੁੰਦੀਆਂ ਹਨ, ਜਿੱਥੇ ਫਿਰ ਬਹੁਤ ਜ਼ਿਆਦਾ ਗੰਦਮੰਦ ਵਰਤਦਾ ਨਾ, ਉੱਥੇ ਉਹਨਾਂ ਦਾ ਵਾਸਾ ਹੁੰਦਾ। ਉਹਨਾਂ ਦੀ ਫੀਲਡ ਜੋ ਹੈ ਨਿਗੇਟਿਵਿਟੀ, ਉਹਨਾਂ ਦੀ ਫੀਲਡ ਹੁੰਦੀ ਹੈ। ਤੇ ਜੋ ਦੇਵ ਆਤਮਾ ਹੁੰਦੀ ਹੈ
ਤੇ ਉਹ ਜਿੱਥੇ ਚੰਗੇ ਅਸਥਾਨ ਜੋ ਹੁੰਦੇ ਹਨ, ਗੁਰੂ ਘਰ ਹੁੰਦੇ ਤਾਂ ਦੇਵ ਰੂਹਾਂ ਦਾ ਬਹੁਤ ਜ਼ਿਆਦਾ ਵਾਸਾ ਹੁੰਦਾ ਤੇ ਉਹਨਾਂ ਦਾ ਜਿਹੜਾ ਗੁਣ ਹੈ ਪੋਜ਼ਿਟਿਵਿਟੀ ਉਹਨਾਂ ਦੀ ਫੀਲਡ ਹੁੰਦੀ ਹੈ, ਭਾਵ ਕਿ ਤੇ ਸਕਾਰਾਤਮਕ ਉਹਨਾਂ ਦਾ ਔਰਾ ਬਣ ਜਾਂਦਾ। ਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਇਹ ਜੋ ਦੇਵ ਆਤਮਾ ਭਾਵ ਕਿ ਸਿੱਧਾ ਬੋਲਿਓ ਦੇਵਤੇ, ਇਹ ਦੇਵਤੇ ਬਾਰੀ ਬਾਰੀ ਚੱਲ ਕਰਕੇ ਇਹ ਆਉਂਦੇ ਹਨ ਤੇ ਕਦੇ ਕਦਾਈ ਤਾਂ ਪੂਰਾ ਜਥਾ ਹੀ ਆਉਂਦਾ, ਆ ਕਰਕੇ ਇਹ ਸਾਡੇ ਚਰਨ ਸਪਰਸ਼ ਕਰਕੇ ਮੱਥਾ ਟੇਕ ਕਰਕੇ ਜਾਂਦੇ ਹਨ। ਗੁਪਤ ਰੂਪ ਨਰ ਨਾਹਿ ਨਿਹਾਰੇ, ਇਹ ਗੁਪਤ ਰੂਪ ਦੇ ਵਿੱਚ ਆਉਂਦੇ ਹਨ, ਪ੍ਰਤੱਖ ਇਹ ਨਜ਼ਰ ਨਹੀਂ ਆਉਂਦੇ। ਇਸ ਕਰਕੇ ਪਿਆਰਿਓ ਇਹ ਨਾ ਸਮਝਣਾ ਕਰੋ, ਕਈ ਮਹਾਂਪੁਰਖਾਂ ਨੇ ਵਿਦਵਾਨਾਂ ਦਾ ਇਹ ਕਥਨ ਹੈ ਕਿ ਜਦੋਂ ਆਪ ਜੀ ਗੁਰੂ ਘਰ ਦੇ ਵਿੱਚ ਬਹਿੰਦੇ ਨਾ ਸ਼ਰਧਾ ਭਾਵਨਾ ਦੇ ਨਾਲ ਜੁੜ ਕਰਕੇ, ਕਦੇ ਇਹ ਨਹੀਂ ਸੋਚਣਾ ਚਾਹੀਦਾ ਕਿ ਭਾਈ ਮੈਂ ਇਕੱਲਾ ਬੈਠਿਆ ਹੋਇਆ ਤੇ ਹੋ ਸਕਦਾ ਪਿਆਰਿਓ ਸਾਨੂੰ ਨਜ਼ਰ ਤਾਂ ਨਹੀਂ ਆਉਣਾ, ਇਹ ਮਹਿਸੂਸ ਕਰਨ ਵਾਲੀ ਗੱਲ ਹੈ। ਲੇਕਿਨ ਬਹੁਤ ਸਾਰੀਆਂ ਦੇਵ ਆਤਮਾਵਾਂ ਜਿਹੜੀਆਂ ਸ਼ਹੀਦ ਸਿੰਘ ਜਿਹਨੂੰ ਆਪਾਂ ਬੋਲਦੇ ਆ, ਉਹਨਾਂ ਦਾ ਪੈਰਾ ਹੁੰਦਾ, ਭਾਵ ਕਿ ਉਹ ਵੀ ਜੁੜੀਆਂ ਹੋਈਆਂ ਹੁੰਦੀਆਂ ਹਨ। ਮਹਾਰਾਜ ਜੀ ਨੇ ਕਿਹਾ ਇਸ ਤਰ੍ਹਾਂ ਇਹ ਗੁਪਤ ਰੂਪ ਦੇ ਵਿੱਚ, ਸੂਖਸ਼ਮ ਰੂਪ ਦੇ ਵਿੱਚ ਆ ਕਰਕੇ ਇਹ ਡੰਡੌਤ ਬੰਦਨਾ ਕਰਕੇ ਜਾਂਦੇ। ਸੁਨ ਕਹਿ ਸਤ ਸਤ ਪ੍ਰਭ ਸੂ, ਸੁਨ ਕਰਕੇ ਬਾਬਾ ਲੈਣਾ ਜੀ ਨੇ ਹੱਥ ਜੋੜ ਕਰਕੇ ਕਿਹਾ ਸਤਿਗੁਰੂ ਮਹਾਰਾਜ ਸਤ ਹੈ। ਮਹਾਰਾਜ ਆਪ ਜੀ ਦਾ ਬਚਨ ਸਤ ਹੈ, ਸੱਸਾ ਸਤ ਸਤ ਪ੍ਰਭ ਸੋ, ਸਤ ਪੁਰਖ ਤੇ ਭਿੰਨ ਨਾ ਕੋ। ਕਿ ਸਤਿਗੁਰੂ ਮਹਾਰਾਜ ਨੇ ਸੱਸੇ ਤੋਂ ਇਹੀ ਸਾਨੂੰ ਸਿਖਾਇਆ ਕਿ ਤੂੰ ਸਤ ਜਾਣ, ਜੋ ਪਰਮਾਤਮਾ ਭਾਣਾ ਵਰਤਾਉਂਦਾ ਉਹਨੂੰ ਸਤ ਕਰਕੇ ਮੰਨਣਾ ਕਰ। ਪੰਡਤ ਭਾ ਪਦ ਪੰਕਜ ਦੂ, ਫਿਰ ਮਹਾਰਾਜ ਜੀ ਦਾ ਬਚਨ ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦੋਵੇਂ ਚਰਨ ਕਮਲਾਂ ਦੇ ਉੱਤੇ ਬਾਬਾ ਲੈਣਾ ਜੀ ਨੇ ਵੀ ਮੱਥਾ ਟੇਕਣਾ ਕੀਤਾ। ਪਰਮ ਪ੍ਰੇਮ ਜਾਗਿਓ ਉਰ ਮਾਹੀ, ਬਹੁਤ ਜ਼ਿਆਦਾ ਪਰਮ ਪ੍ਰੇਮ ਜਿਹੜਾ ਹੈ ਮਹਾਰਾਜ ਜੀ ਦੇ ਹੁਣ ਮਨ ਦੇ ਵਿੱਚ ਹੈ। ਜਦੋਂ ਪਿਆਰਿਓ ਇਸ ਤਰ੍ਹਾਂ ਦੇ ਕੌਤਕ ਆਪਾਂ ਤੱਕਦੇ ਆ, ਇਸ ਤਰ੍ਹਾਂ ਦਾ ਜਦੋਂ ਅਨੁਭਵ ਜਿਹੜਾ ਹੈ ਜਦੋਂ ਸਾਡੇ ਸਾਹਮਣੇ ਪ੍ਰਤੱਖ ਹੁੰਦਾ, ਤਾਂ ਪਿਆਰਿਓ ਸ਼ਰਧਾ ਜਿਹੜੀ ਆ ਔਰ ਜ਼ਿਆਦੀ ਵੱਧ ਜਾਂਦੀ ਹੈ। ਰੰਗਿਓ ਰੰਗ ਭਗਤੀ ਮਨ ਜਾਹੀ, ਭਗਤੀ ਦੇ ਰੰਗ ਦੇ ਵਿੱਚ ਬਾਬਾ ਲੈਣਾ ਜੀ ਦਾ ਮਨ ਜਿਹੜਾ ਹੈ ਰੰਗਿਆ ਜਾ ਰਿਹਾ। ਜਦੋਂ ਇਹੋ ਜਿਹੇ ਕੌਤਕ ਨਜ਼ਾਰੇ ਆਪਾਂ ਵੀ ਪਿਆਰਿਓ ਗੁਰੂ ਘਰ ਦੇ ਵਿੱਚ ਜਦੋਂ ਆਉਂਦੇ ਆ, ਕੋਈ ਸਾਡੇ ਨਾਲ ਇਹੋ ਜਿਹਾ ਕਰਿਸ਼ਮਾ ਜੇ ਵਰਤ ਜਾਵੇ ਤਾਂ ਮਨ ਵਿੱਚ ਪਿਆਰਿਓ ਔਰ ਜ਼ਿਆਦੀ ਰੰਗਤ ਲੱਗ ਜਾਂਦੀ ਹੈ, ਮਨ ਵਿੱਚ ਔਰ ਢਾੜਸ ਬਣ ਜਾਂਦੀ ਹੈ, ਵਿਸ਼ਵਾਸ ਸਾਡਾ ਔਰ ਕਾਇਮ ਹੋ ਜਾਂਦਾ। ਇੱਕ ਮਨ ਹਵੈ ਪੜ੍ਹੈ ਗੁਰਬਾਣੀ, ਇੱਕ ਮਨ ਹੋ ਕਰਕੇ ਬਾਬਾ ਲੈਣਾ ਜੀ ਸਦਾ ਗੁਰੂ ਕੀ ਬਾਣੀ ਦਾ ਜਾਪ ਕਰਦੇ। ਸੁਨ ਹੈ ਗੁਣ ਹੈ ਕੀਰਤ ਚਿਤ ਮਾਨੀ, ਸੁਣਦੇ ਹਨ ਤੇ ਸੁਣ ਕਰਕੇ ਕੰਨਾਂ ਦਾ ਰਸ ਨਹੀਂ ਬਣਾਇਆ, ਉਹਨੂੰ ਮਨ ਦੇ ਵਿੱਚ ਗੁਣਦੇ ਵੀ ਹਨ ਕਿ ਹਾਂ ਭਾਈ ਇਹ ਮਹਾਰਾਜ ਜੀ ਦਾ ਬਚਨ ਹੈ, ਇੰਜ ਸਾਨੂੰ ਕਰਨਾ ਚਾਹੀਦਾ ਕਰਕੇ ਤੇ ਸਦਾ ਕੀਰਤੀ ਕਰਦੇ ਹਨ। ਵਾਹਿਗੁਰੂ ਕੋ ਸਿਮਰਨ ਕਰਹੀ, ਸਦਾ ਪਿਆਰਿਓ ਵਾਹਿਗੁਰੂ 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 ਦਾ ਜਾਪ ਕਰਦੇ। ਉਮਗ ਉਮਗ ਮੁਖ ਸੁਜਸ ਉਚਰਹੀ, ਉਮਗ ਉਮਗ ਕਰਕੇ ਭਾਵ ਕਿ ਮਨ ਦੇ ਵਿੱਚੋਂ, ਉਮਗ ਦਾ ਮਤਲਬ ਹੈ ਪਿਆਰਿਓ ਜਦੋਂ ਆਵਾਜ਼ ਅੰਦਰੋਂ ਆਵੇ। ਜਦੋਂ ਆਵਾਜ਼ ਇੱਕ ਤਾਂ ਹੁੰਦਾ ਹੈ ਆਪਾਂ ਮੂੰਹ ਦੇ ਰਾਹੀਂ ਬੋਲ ਦਿੰਦੇ ਆ, ਕੋਈ ਵੀ ਬਚਨ ਜਦੋਂ ਕਰ ਦੇਣਾ ਮੂੰਹ ਦੇ ਰਾਹੀਂ ਬੋਲ ਦੇਣਾ, ਜਾਪ ਕਰ ਲੈਣਾ। ਲੇਕਿਨ ਇੱਕ ਪਿਆਰਿਓ ਭਿੱਜ ਕਰਕੇ ਜਦੋਂ ਮਨ ਦੇ ਵਿੱਚ ਰਸ ਆਉਂਦਾ ਨਾ, ਅੰਦਰੋਂ ਜਦੋਂ ਜਾਪ ਚਾਲੂ ਹੋ ਜਾਂਦਾ, ਤਾਂ ਫਿਰ ਬੰਦਾ ਜਿਹੜਾ ਹੈ ਅੰਦਰੋਂ ਫਿਰ ਅੰਤਰ ਆਤਮਾ ਤੋਂ ਉਮਗ ਕਰਕੇ ਉਹ ਫਿਰ ਜਾਪ ਕਰਦਾ। ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਉਮਗ ਉਮਗ ਕਰਕੇ ਮਨ ਵਿੱਚ ਭਿੱਜ ਕਰਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ। ਚੀਤ ਪ੍ਰੀਤ ਕੀ ਰੀਤ ਨਿਆਰੀ, ਤੇ ਮਨ ਦੀ ਜੋ ਪ੍ਰੀਤ ਦੀ ਚਿੱਤ ਦੀ ਪ੍ਰੀਤ ਹੈ ਉਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਗਈ। ਕਰਤਿਓ ਸੇਵਾ ਸਮਾ ਬਿਤਾਵਹਿ, ਇਸ ਤਰ੍ਹਾਂ ਕਰਦਿਆਂ ਕਰਦਿਆਂ ਬਹੁਤ ਲੰਬਾ ਸਮਾਂ ਸਤਿਗੁਰੂ ਮਹਾਰਾਜ ਜੀ ਦੀ ਹਯਾਤੀ ਦੇ ਵਿੱਚ ਸੇਵਾ ਕਰਦਿਆਂ ਕਰਦਿਆਂ ਬਾਬਾ ਲਹਿਣਾ ਜੀ ਨੇ ਬਤੀਤ ਕੀਤਾ।
ਜਗ ਕਾਰਜ ਕੋ ਹਿਰਦੇ ਨ ਆਵਹਿ। ਇਹ ਨਹੀਂ ਸੋਚਦੇ ਹਨ ਕਿ ਭਾਈ ਮੇਰਾ ਵੀ ਘਰ ਪਰਿਵਾਰ ਹੈ, ਮੇਰੇ ਵੀ ਧੀ ਪੁੱਤ ਹਨ, ਪਰਿਵਾਰ ਦਾ ਕੀ ਹੋਵੇਗਾ। ਇਹਨੂੰ ਤਾਂ ਕਹਿੰਦੇ ਨਾ ਪਿਆਰਿਓ ਨਿਰਮੋਹਤਾ, ਭਾਵ ਕਿ ਬੇਸ਼ੱਕ ਹੈ ਉਹਨਾਂ ਦਾ ਵੀ ਪਰਿਵਾਰ, ਉਹਨਾਂ ਦਾ ਵੀ ਅੱਗੇ ਪਰਿਵਾਰ ਹੈ, ਵੰਸ਼ ਹੈ, ਲੇਕਿਨ ਮਨ ਵਿੱਚ ਇਹ ਮੋਹ ਨਹੀਂ ਹੈ ਕਿ ਭਾਈ ਮੇਰਾ ਬੱਚਾ ਕੀ ਕਰਦਾ ਹੋਵੇਗਾ, ਘਰ ਵਾਲੀ ਕੀ ਕਰਦੀ ਹੋਵੇਗੀ। ਇਹਨੂੰ ਤਾਂ ਕਹਿੰਦੇ ਪਿਆਰਿਓ ਨਿਰਮੋਹ ਵਾਲੀ ਅਵਸਥਾ। ਲੇਕਿਨ ਕਈ ਵਾਰੀ ਜਿਨ੍ਹਾਂ ਦਾ ਕੋਈ ਪਰਿਵਾਰ ਵੀ ਨਹੀਂ ਹੁੰਦਾ, ਲੇਕਿਨ ਮੋਹ ਉਹਨਾਂ ਦਾ ਦੂਜਿਆਂ ਦੇ ਨਾਲ ਬੜਾ ਹੁੰਦਾ ਕਿ ਭਾਈ ਉਹਦਾ ਕੀ ਚੱਲਦਾ ਹੋਵੇਗਾ, ਉਹਨਾਂ ਦਾ ਕਿਸ ਤਰ੍ਹਾਂ ਚੱਲੇਗਾ। ਭਾਵ ਕਿ ਇਹ ਤਾਂ ਫਿਰ ਮੋਹ ਵਾਲੀ ਗੱਲ ਹੈ ਨਾ। ਮਹਾਰਾਜ ਜੀ ਨੇ ਮੋਹ ਤੋਂ ਸਾਨੂੰ ਛੁਟਕਾਰਾ ਕਰਵਾਇਆ ਤੇ ਇਸ ਤਰ੍ਹਾਂ ਨਿਰਮੋਹੀ ਬਣ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਸੇਵਾ ਕਰਦੇ ਹਨ। ਇਸ ਬਿਧ ਬਾਸੁਰ ਕਿਤੇ ਬਿਤਾਏ। ਇਸ ਤਰ੍ਹਾਂ ਬਹੁਤ ਲੰਬਾ ਸਮਾਂ, ਕਈ ਦਿਨ ਜਦੋਂ ਬਤੀਤ ਹੋਏ, ਚਰਨ ਕਮਲ ਮਨ ਭੌਰ ਲੁਭਾਏ। ਜਿਸ ਤਰ੍ਹਾਂ ਕਿ ਫੁੱਲ ਦੇ ਉੱਤੇ ਭੌਰਾ ਜਿਹੜਾ ਹੈ ਲੁਭਾਏਮਾਨ ਹੋ ਜਾਂਦਾ, ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਇਹਨਾਂ ਦਾ ਮਨ ਜਿਹੜਾ ਲੁਭਾਏਮਾਨ ਹੋ ਗਿਆ। ਬੈਠੇ ਹੁਤੇ ਬੇਦੀ ਕੁਲਦੀਪ। ਇੱਕ ਦਿਨ ਦੀ ਗੱਲ ਹੈ, ਬੇਦੀ ਕੁਲਦੀਪ ਬੈਠੇ ਹੋਏ ਸਨ। ਪਾਉ ਪਲੋਸਤ ਹੋਏ ਸਮੀਪ। ਬਾਬਾ ਲੈਣਾ ਜੀ ਲਾਗੇ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਪਲੋਸ ਰਹੇ ਸਨ, ਮੁੱਠੀਆਂ ਭਰ ਰਹੇ ਸਨ। ਕਰ ਪਰਸਿਓ ਪਿੰਡਰੀ ਜਬ ਦੇਖੀ। ਇਸ ਤਰ੍ਹਾਂ ਚਰਨਾਂ ਆਪਣੇ ਹੱਥਾਂ ਦੇ ਨਾਲ ਜਦੋਂ ਚਰਨਾਂ ਨੂੰ ਸਪਰਸ਼ ਕਰ ਰਹੇ ਤੇ ਮਹਾਰਾਜ ਜੀ ਦੇ ਚਰਨਾਂ ਨੂੰ ਘੁੱਟਦੇ ਘੁੱਟਦੇ ਦਬਾਉਂਦੇ ਦਬਾਉਂਦੇ ਜਦੋਂ ਪਿੰਡਰੀਆਂ ਨੂੰ ਜਦੋਂ ਵੇਖਣਾ ਕੀਤਾ, ਜਿਨਕੋ ਲਗੀ ਝਰੀਟ ਵਿਸ਼ੇਖੀ। ਜਿਸ ਪਿੰਡਰੀਆਂ ਦੇ ਉੱਤੇ ਪਿਆਰਿਓ ਬਹੁਤ ਸਾਰੀਆਂ ਝਰੀਟਾਂ ਵੱਜੀਆਂ ਹੋਈਆਂ ਹਨ। ਬੂਝਿਓ ਲਹਿਣੇ ਦਵੈ ਕਰ ਬੰਦੇ। ਬਾਬਾ ਲੈਣਾ ਜੀ ਨੇ ਫਿਰ ਦੋਵੇਂ ਹੱਥ ਜੋੜ ਕਰਕੇ ਇਹ ਕਾਰਨ ਪੁੱਛਿਆ ਕਿ ਸਤਿਗੁਰੂ ਮਹਾਰਾਜ ਆਪ ਤਾਂ ਬੈਠੇ ਹੋਏ ਹੋ ਤੇ ਆਪ ਤਾਂ ਕਿੱਥੇ ਗਏ ਵੀ ਨਹੀਂ, ਲੇਕਿਨ ਅਚਨਚੇਤ ਮਹਾਰਾਜ ਆਪ ਜੀ ਦੀਆਂ ਪਿੰਡਰੀਆਂ ਦੇ ਉੱਤੇ ਆ ਸਤਿਗੁਰੂ ਮਹਾਰਾਜ ਝਰੀਟਾਂ ਕਿਉਂ ਵੱਜ ਗਈਆਂ। ਝਰੀਟਾਂ ਪਿਆਰਿਓ ਕਈ ਵਾਰੀ ਕੰਡਿਆਲੀ ਦਾ ਕੋਈ ਇਲਾਕਾ ਹੋਵੇ ਨਾ, ਜਿੱਥੇ ਬਹੁਤ ਕਿੱਕਰਾਂ ਆਦਿਕ ਹੁੰਦੀਆਂ, ਉਹਨਾਂ ਦੇ ਵਿਚਕਾਰ ਦੀ ਜਦੋਂ ਆਪਾਂ ਲੱਗਦੇ ਹਾਂ, ਉਹ ਕੰਡਿਆਲੀ ਵੱਜ ਕਰਕੇ ਕਈ ਵਾਰੀ ਝਾੜੀਆਂ ਦੇ ਵਿੱਚੋਂ ਸਾਨੂੰ ਝਰੀਟਾਂ ਪੈ ਜਾਂਦੀਆਂ ਹਨ। ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੀਆਂ ਫਿੰਡਰੀਆਂ ਦੇ ਉੱਤੇ ਬਹੁਤ ਸਾਰੀਆਂ ਝਰੀਟਾਂ ਪੈ ਗਈਆਂ ਤੇ ਬਾਬਾ ਲੈਣਾ ਜੀ ਨੇ ਪੁੱਛਣਾ ਕੀਤਾ, ਕਿਸ ਬਿਦ ਕੰਟਕ ਲਗੇ ਮੁਕੰਦੇ। ਕਹਿੰਦੇ ਹੇ ਮੁਕਤੀ ਦਾਤੇ ਸਤਿਗੁਰੂ ਜੀਓ, ਆ ਕੰਡੇ ਜਿਹੜੇ ਝਰੀਟਾਂ ਆਪ ਜੀ ਨੂੰ ਕਿਸ ਤਰ੍ਹਾਂ ਲੱਗ ਗਏ। ਵਹਿਰ ਕਹੂੰ ਅਸ ਠੌਰਨ ਮਾਹੀ। ਕਿਉਂਕਿ ਇਹੋ ਜਿਹਾ ਕੋਈ ਬਾਰ-ਬਾਰ ਇਲਾਕਾ ਨਹੀਂ ਹੈ। ਗਮਨੇ ਪ੍ਰਭੂ ਆਪ ਕਬ ਨਾਹੀ। ਆਪ ਜੀ ਦੇ ਨਾਲ ਸਤਿਗੁਰੂ ਮਹਾਰਾਜ ਮੈਂ ਰਹਿੰਦਾ ਹਾਂ, ਲੇਕਿਨ ਇੱਕ ਦੋ ਦਿਨ ਤਾਂ ਮੈਂ ਆਪ ਨੂੰ ਵੇਖ ਰਿਹਾ ਮਹਾਰਾਜ, ਆਪ ਜੀ ਤਾਂ ਬਾਹਰ ਹੀ ਨਹੀਂ ਗਏ। ਜੇ ਗਏ ਤਾਂ ਵੀ ਮਹਾਰਾਜ ਖੁੱਲਾ ਪੱਧਰਾ ਰਾਸਤਾ ਸੀ, ਉਹਦੇ ਵਿੱਚੋਂ ਦੀ ਆਪਾਂ ਗਏ, ਉੱਥੇ ਤਾਂ ਕੋਈ ਕੰਡਿਆਲੀ ਦਾ ਨਾਮੋ ਨਿਸ਼ਾਨ ਨਹੀਂ ਹੈ। ਕਹਿਣ ਦਾ ਭਾਵ ਕਈ ਵਾਰੀ ਪਿਆਰਿਓ ਦਰਖਤਾਂ ਦੇ ਬਹੁਤ ਜ਼ਿਆਦਾ ਜਿੱਥੇ ਝੁਰਮੁਟ ਹੋ ਜਾਂਦੇ ਹਨ, ਜਿੱਥੇ ਬਹੁਤ ਸੰਘਣੀ ਝਾੜੀ ਹੋ ਜਾਂਦੀ ਹੈ ਕਿਕਰਾਂ ਦੀ ਆਦਿਕ, ਉਹਦੇ ਵਿੱਚੋਂ ਦੀ ਜਦੋਂ ਆਪਾਂ ਲੰਘਦੇ ਨਾ ਕਈ ਵਾਰੀ ਝਰੀਟਾਂ ਵੱਜ ਜਾਂਦੀਆਂ, ਕਈ ਵਾਰੀ ਕੰਡਿਆਲੀ ਜਿਹੜੀ ਹੈ ਕੱਪੜਿਆਂ ਨੂੰ ਵੀ ਲੱਗ ਜਾਂਦੀ ਹੈ, ਕੱਪੜੇ ਵੀ ਕਈ ਵਾਰੀ ਉਹਦੇ ਵਿੱਚ ਅੜ ਜਾਂਦੇ ਹਨ। ਬਾਬਾ ਲੈਣਾ ਜੀ ਨੇ ਬਚਨ ਕੀਤਾ ਕਿ ਆ ਸਤਿਗੁਰੂ ਮਹਾਰਾਜ ਇਹ ਝਰੀਟਾਂ ਕਿਉਂ ਵੱਜੀਆਂ, ਕਿਉਂਕਿ 2-4 ਦਿਨ ਤੋਂ ਤਾਂ ਆਪਾਂ ਕਿੱਥੇ ਨਹੀਂ ਗਏ, ਲੇਕਿਨ ਇਹ ਜ਼ਖਮ ਜਿਹੜਾ ਇਹ ਤਾਜ਼ਾ ਜ਼ਖਮ ਹੈ, ਅੱਜ ਤਾਂ ਆਪ ਤਾਂ ਬਿਲਕੁਲ ਕਿੱਥੇ ਨਹੀਂ ਗਏ, ਫਿਰ ਇਹ ਝਰੀਟਾਂ ਕਿਸ ਤਰ੍ਹਾਂ ਵੀ ਨਹੀਂ ਸੀ, ਲੇਕਿਨ ਹੁਣੇ ਸਤਿਗੁਰੂ ਮਹਾਰਾਜ ਇਹ ਝਰੀਟਾਂ ਆਪ ਜੀ ਨੂੰ ਵੱਜ ਰਹੀਆਂ, ਇੱਕਦਮ ਕਹਾ ਨਜ਼ਰ ਆ ਰਿਹਾ ਹੈ। ਇਹਦਾ ਕੀ ਕਾਰਨ ਹੈ ਸਤਿਗੁਰੂ ਜੀਓ। ਇਹ ਕਾਰਨ ਮੁਝ ਦੇਹ ਬਤਾਈ। ਇਹਦਾ ਕੀ ਕਾਰਨ ਹੈ ਮਹਾਰਾਜ ਆਪ ਮੈਨੂੰ ਦੱਸਣਾ ਕਰੋ। ਸੁਣ ਕੇ ਸ੍ਰੀ ਗੁਰ ਗਿਰਾ ਅਲਾਈ। ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ। ਇੱਕ ਅਯਾਲੀ ਅਜਾ ਚਰਾਈ। ਸਤਿਗੁਰੂ ਜੀ ਕਹਿਣ ਲੱਗੇ ਇੱਕ ਅਯਾਲੀ ਜਿਹੜਾ ਭੇਡਾਂ ਬੱਕਰੀਆਂ ਨੂੰ ਚਾਰਨ ਵਾਲਾ, ਦੋਹਰਾ
ਮਨ ਇਕਾਂਤ ਭੈ ਪ੍ਰੀਤ ਯੁਤ ਪੜ੍ਹੈ ਸੋਹਿਲਾ ਸੋਇ। ਉਹ ਅਯਾਲੀ ਕੀ ਕਰ ਰਿਹਾ? ਭਾਵ ਕਿ ਮਨ ਵਿੱਚ ਇਕਾਗਰ ਚਿੱਤ ਹੋ ਕਰਕੇ ਜੋ ਆਪਾਂ ਸੋਹਿਲੇ ਦੀ ਬਾਣੀ ਹੈ, ਅਸਲ ਦੇ ਵਿੱਚ ਪਿਆਰਿਓ ਬਾਣੀ ਦਾ ਨਾਮ ਹੈ ਸੋਹਿਲਾ। ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ, ਸਭ ਤੋਂ ਪਹਿਲੇ ਪਿਆਰਿਓ ਰਾਗ ਮੁਕਤ ਬਾਣੀ ਆਉਂਦੀ ਹੈ ਸ੍ਰੀ ਜਪਜੀ ਸਾਹਿਬ। ਭਾਵ ਕਿ ਜਪਜੀ ਸਾਹਿਬ ਪਿਆਰਿਓ ਰਾਗ ਮੁਕਤ ਬਾਣੀ ਹੈ, ਇਹ ਕੋਈ ਰਾਗ ਦੇ ਵਿੱਚ ਨਹੀਂ ਗਾਈ ਗਈ ਹੈ। ਇਸ ਕਰਕੇ ਕਈ ਮਹਾਂਪੁਰਖਾਂ ਦਾ ਪਿਆਰਿਓ ਇਹ ਮੰਨਣਾ ਹੈ, ਜਾਂ ਕਈ ਜੋ ਰਾਗੀ ਸਿੰਘ ਹਨ ਵਿਦਵਾਨ, ਉਹ ਇਹ ਵੀ ਕਿਹਾ ਕਰਦੇ ਕਿ ਜਪਜੀ ਸਾਹਿਬ ਦੀ ਬਾਣੀ ਦਾ ਪਿਆਰਿਓ ਕੀਰਤਨ ਨਹੀਂ ਕਰਨਾ ਚਾਹੀਦਾ ਕਰਕੇ ਇਹ ਮਹਾਰਾਜ ਜੀ ਨੇ ਜਪਣ ਵਾਸਤੇ, ਭਾਵ ਕਿ ਪੜ੍ਹਨ ਵਾਸਤੇ ਬਾਣੀ ਦਿੱਤੀ। ਕਿਉਂਕਿ ਜੇ ਸਤਿਗੁਰੂ ਮਹਾਰਾਜ ਕੀਰਤਨ ਕਰਨ ਵਾਸਤੇ ਦਿੰਦੇ ਤੇ ਇਹ ਕੋਈ ਰਾਗ ਦੇ ਵਿੱਚ ਮਹਾਰਾਜ ਉਚਾਰਨ ਕਰਦੇ, ਲੇਕਿਨ ਇਹ ਬਾਣੀ ਜਿਹੜੀ ਹੈ ਰਾਗਾਂ ਤੋਂ ਮੁਕਤ ਹੈ। ਇਸ ਕਰਕੇ ਕਈ ਵਿਦਵਾਨ ਪਿਆਰਿਓ ਜਪਜੀ ਸਾਹਿਬ ਜੀ ਦੇ ਸ਼ਬਦਾਂ ਦਾ ਉਹ ਗਾਇਨ ਨਹੀਂ ਕਰਦੇ ਹਨ। ਫਿਰ ਉਸ ਤੋਂ ਬਾਅਦ ਆਉਂਦਾ ਸੋ ਦਰ ਦੀ ਬਾਣੀ ਆਉਂਦੀ ਹੈ। ਸੋ ਦਰ ਵੀ ਜਿਹੜਾ ਹੈ ਇਹ ਆਸਾ ਰਾਗ ਦੇ ਵਿੱਚ ਹੈ, ਤੇ ਸੋ ਪੁਰਖ ਦੀ ਬਾਣੀ ਆਉਂਦੀ ਹੈ, ਗੁਜਰੀ ਹੈ, ਤੇ ਉਹਦੇ ਵਿੱਚ ਵੀ ਆਸਾ ਹੈ। ਉਸ ਤੋਂ ਬਾਅਦ ਆਉਂਦਾ ਸੋਹਿਲਾ, ਸੋਹਿਲੇ ਦੀ ਬਾਣੀ ਆਉਂਦੀ ਹੈ, ਤੇ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵਹੁ ਸੁਹੇਲਾ ਸਿਵਰਹੁ ਸਿਰਜਨਹਾਰੋ, ਤੁਮ ਗਾਵਹੁ ਮੇਰੇ ਨਿਰਭਉ ਕਾ ਸੁਹੇਲਾ। ਇਹ ਪਹਿਲਾ ਸ਼ਬਦ ਹੈ। ਉਸ ਤੋਂ ਬਾਅਦ ਛੇ ਘਰ ਛੇ ਗੁਰ ਵਾਲਾ, ਫਿਰ ਗਗਨ ਮੈਂ ਥਾਲ ਰਵ ਵਾਲਾ, ਇਹ ਸ਼ਬਦ ਆਪਾਂ ਪੜ੍ਹਦੇ ਹਾਂ। ਕਾਮ ਕ੍ਰੋਧ ਨਗਰ ਬਹੁ ਭਰਿਆ, ਇਹ ਸ਼ਬਦ ਪੜ੍ਹਦੇ ਹਾਂ। ਉਸ ਤੋਂ ਬਾਅਦ ਕਰੋ ਬੇਨੰਤੀ ਸੁਨੋ ਮੇਰੇ ਮੀਤਾ, ਸੰਤ ਟਹਲ ਕੀ ਬੇਲਾ, ਈਹਾਂ ਖਾੜ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ। ਇਹ ਜਿਹੜਾ ਹੈ ਪਿਆਰਿਓ ਇਹ ਸੋਹਿਲੇ ਦੀ ਬਾਣੀ ਹੈ। ਨਾਲ ਆਪਾਂ ਜਦੋਂ ਗੁਟਕਾ ਸਾਹਿਬ ਦੇ ਵਿੱਚ ਇਹ ਬਾਣੀ ਦਾ ਜਾਪ ਕਰਦੇ ਆ, ਨਿਤ ਆਪਾਂ ਨਿਤਨੇਮ ਦੇ ਵਿੱਚ ਪੜ੍ਹਦੇ ਆ, ਇਹਦੇ ਨਾਲ ਪਿਆਰਿਓ ਸ਼ਬਦ ਵਰਤਿਆ ਜਾਂਦਾ ਕੀਰਤਨ ਸੋਹਿਲਾ। ਇਹ ਜਿਹੜਾ ਸੋਹਿਲੇ ਦੀ ਬਾਣੀ ਹੈ, ਲੇਕਿਨ ਇਹ ਤੋਂ ਪਹਿਲੇ ਕਈ ਸ਼ਬਦ ਜਿਹੜੇ ਹਨ ਤੇ ਉਹ ਸ਼ਬਦਾਂ ਦਾ ਵੀ ਫਿਰ ਕਈ ਗੁਰਮੁਖ ਪਿਆਰੇ ਜਾਪ ਕਰਦੇ ਹਨ, ਕੀਰਤਨ ਕਰਦੇ ਹਨ ਆਪਣੀ ਆਪਣੀ ਮਰਿਆਦਾ ਮੁਤਾਬਕ। ਜਿਸ ਤਰ੍ਹਾਂ ਟਕਸਾਲੀ ਮਰਿਆਦਾ ਮੁਤਾਬਕ ਵੱਖਰੇ ਸ਼ਬਦ, ਨਿਹੰਗ ਸਿੰਘਾਂ ਦੀ ਮਰਿਆਦਾ ਮੁਤਾਬਕ ਕੁਝ ਵੱਖਰੇ ਸ਼ਬਦ ਪੜ੍ਹੇ ਜਾਂਦੇ ਹਨ। ਤਾਤੀ ਵਾਵ ਨਾ ਲੱਗ ਗਈ, ਪਾਰ ਬ੍ਰਹਮ ਸ਼ਰਨਾਈ ਆਦਿਕ ਹੋ ਗਿਆ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਵਾਲਾ ਸ਼ਬਦ ਹੋ ਗਿਆ। ਇਸ ਤਰ੍ਹਾਂ ਇਹ ਸ਼ਬਦ ਫਿਰ ਇਹਦਾ ਪੂਰੇ ਬਾਣੀ ਦਾ ਨਾਮ ਪੈ ਗਿਆ ਕੀਰਤਨ ਸੋਹਿਲਾ। ਲੇਕਿਨ ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਸੋਹਿਲੇ ਦੀ ਬਾਣੀ ਆਉਂਦੀ ਹੈ, ਤੇ ਆ ਸੋਹਿਲੇ ਦੇ ਪੂਰੇ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਉਹ ਸ਼ਬਦਾਂ ਦਾ ਇਹ ਅਯਾਲੀ ਜਿਹੜਾ ਹੈ ਐਨ ਚਿੱਤ ਬਿਰਤੀ ਇਕਾਗਰ ਕਰਕੇ ਪਾਠ ਕਰੀ ਜਾ ਰਿਹਾ ਸੀ, ਤੇ ਪਾਠ ਕਰਦਿਆਂ ਕਰਦਿਆਂ ਉਹਨੂੰ ਪਤਾ ਹੀ ਨਹੀਂ, ਭੇਡਾਂ ਬੱਕਰੀਆਂ ਨੂੰ ਚਰਾਉਂਦਾ ਚਰਾਉਂਦਾ ਉਹ ਝਰੀਟਾਂ ਦੇ ਵਿੱਚੋਂ, ਉਹ ਸੰਘਣੀਆਂ ਝਾੜੀਆਂ ਦੇ ਵਿੱਚੋਂ ਦੀ ਲੰਘ ਰਿਹਾ ਹੈ। ਕੰਟਕ ਝਾਰ ਅਪਾਰ ਜੈ ਹੈ ਫਿਰਤ ਪ੍ਰੇਮ ਮਹਿ ਹੋਇ। ਮਨ ਵਿੱਚ ਗਦਗਦ ਹੈ, ਮਨ ਵਿੱਚ ਪ੍ਰੇਮ ਦੇ ਨਾਲ ਬਾਣੀ ਪੜ ਰਿਹਾ, ਤੇ ਬਾਣੀ ਦਾ ਉਹਨੂੰ ਸਰੂਰ ਚੜ ਰਿਹਾ ਸੀ। ਇਸ ਕਰਕੇ ਉਹਨੂੰ ਪਤਾ ਹੀ ਨਹੀਂ ਚੱਲਿਆ। ਤੇ ਆਪ ਜੀ ਨੋਟ ਕਰਨਾ ਕਰੋ, ਕਿਉਂਕਿ ਇਹ ਜੋ ਅਯਾਲੀ ਹੁੰਦੇ, ਸੰਘਣੀ ਜਿੱਥੇ ਇਹ ਹੁੰਦੇ ਹੈ ਦਰਖਤ ਹੁੰਦੇ, ਉੱਥੇ ਭੇਡਾਂ ਬੱਕਰੀਆਂ ਨੂੰ ਲਿਆ ਕਰਕੇ ਉੱਥੇ ਫਿਰ ਡੰਗੋਰੀਆਂ ਤੋੜ ਕਰਕੇ, ਪੱਤਿਆਂ ਨੂੰ ਤੋੜ ਕਰਕੇ ਭੇਡਾਂ ਬੱਕਰੀਆਂ ਨੂੰ ਛਕਾਉਣਾ। ਤੇ ਇਸ ਤਰ੍ਹਾਂ ਇਹ ਆਪਣਾ ਕੰਮ ਵੀ ਕਰ ਰਿਹਾ ਸੀ, ਤੇ ਪ੍ਰੇਮ ਵਿੱਚ ਭਿੱਜ ਕਰਕੇ ਸੋਹਿਲੇ ਸਾਹਿਬ ਦਾ ਇਹ ਜਾਪ ਕਰ ਰਿਹਾ ਸੀ, ਪਾਠ ਕਰ ਰਿਹਾ ਸੀ। ਇਹਨੂੰ ਪਤਾ ਹੀ ਨਹੀਂ ਚੱਲ ਰਿਹਾ ਕਿ ਭਾਈ ਚਰੀਟਾਂ ਵੱਜ ਰਹੀਆਂ ਕਰਕੇ। ਚੌਪਈ ਹਵੈ ਸਮੀਪ ਵਿਚਰੂੰ ਤਹਿ ਸੰਗਾ। ਸਤਿਗੁਰੂ ਮਹਾਰਾਜ ਨੇ ਬਚਨ ਕੀਤਾ, ਪੁਰਖਾ ਜਿਹੜਾ ਵੀ ਸ਼ਰਧਾ ਭਾਵਨਾ ਦੇ ਨਾਲ ਭਿੱਜ ਕਰਕੇ ਬਾਣੀ ਪੜਦਾ ਨਾ, ਤੇ ਮੈਂ ਉਹਦੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਮੈਂ ਉਹਦੇ ਅੰਗ ਸੰਗ ਹੁੰਦਾ ਉਹਦੇ ਨਾਲ ਵਰਤਦਾ ਹਾਂ। ਲਗਨੇ ਦੇਉ ਨਾ ਕੰਟਕ ਅੰਗਾ। ਉਹਦੇ ਫਿਰ ਭਾਵੇਂ ਜੋ ਮਰਜੀ ਕੰਟਕ ਆ ਜਾਵੇ, ਕੀਲ ਆ ਜਾਵੇ, ਮੈਂ ਉਹਨੂੰ ਲੱਗਣ ਨਹੀਂ ਦਿੰਦਾ ਹਾਂ।
ਉਹ ਫਿਰ ਜੋ ਵੀ ਕੋਈ ਬਲਾ ਆ ਜਾਵੇ, ਜੋ ਵੀ ਕੁਝ ਬਿਪਤਾ ਆ ਜਾਵੇ, ਉਹ ਮੈਂ ਆਪਣੇ ਤਨ ਦੇ ਉੱਤੇ ਝੱਲ ਲੈਂਦਾ ਹਾਂ। ਤਾਹਾਂ ਝਰੀਟ ਲਗੀ ਇਹੋ ਜਾਨੋ। ਸਤਿਗੁਰੂ ਜੀ ਕਹਿਣ ਲੱਗੇ ਉਹ ਸਿੱਖ ਜਿਹੜਾ ਪਾਠ ਕਰ ਰਿਹਾ ਸੀ, ਸਾਡੇ ਧਿਆਨ ਧਾਰਨ ਕਰਕੇ ਭਿੱਜ ਕਰਕੇ ਉਹ ਪਾਠ ਕਰ ਰਿਹਾ, ਤੇ ਅਸੀਂ ਉਹਦੇ ਅੰਗ ਸੰਗ ਸੀ ਗੁਪਤ ਤੌਰ ਤੇ। ਝਰੀਟਾਂ ਤਾਂ ਉਹਨੂੰ ਵਜਣੀਆਂ ਸੀ, ਲੇਕਿਨ ਉਹਨੇ ਪਾਠ ਕਰਨਾ ਕੀਤਾ ਭਿੱਜ ਕਰਕੇ। ਉਹਦੀ ਜੋ ਬਲਾ, ਉਹਦੀ ਜੋ ਬਿਪਤਾ ਜਿਹੜੀ ਹੈ ਉਹ ਅਸਾਂ ਝੱਲ ਲਈ ਹੈ, ਉਹ ਝਰੀਟਾਂ ਸਾਨੂੰ ਲੱਗ ਗਈਆਂ। ਲਹਿਣੇ ਸਾਚ ਬਚਨ ਮਮ ਮਾਨੋ। ਸਤਿਗੁਰੂ ਜੀ ਕਹਿਣ ਲੱਗੇ ਬਾਬਾ ਲੈਣਾ ਜੀ, ਇਹ ਸਾਡਾ ਬਚਨ ਸੱਤ ਕਰਕੇ ਮੰਨਣਾ ਕਰੋ। ਪੜ੍ਹੈ ਸੋਹਿਲਾ ਜੋ ਕਿਤ ਕੋ। ਸਤਿਗੁਰੂ ਜੀ ਕਹਿਣ ਲੱਗੇ ਜਿਹੜਾ ਵੀ ਇਹ ਸੋਹਿਲੇ ਦੀ ਬਾਣੀ ਭਾਵੇਂ ਜਿੱਥੇ ਕਿੱਥੇ ਸੰਸਾਰ ਦੇ ਵਿੱਚ ਜਿਹੜਾ ਇਕਾਗਰ ਚਿੱਤ ਹੋ ਕਰਕੇ ਇਹਦਾ ਜਾਪ ਕਰਦਾ, ਤਹ ਸਮੀਪ ਨਿਸ਼ਚੈ ਮੈਂ ਹੋ। ਨਿਸ਼ਚਾ ਕਰਕੇ ਉਹ ਆਪਣੇ ਮਨ ਵਿੱਚ ਇਹ ਬਚਨ ਧਾਰਨ ਕਰਨਾ ਕਰੇ ਕਿ ਮੈਂ ਉਹਦੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਜਿਹੜਾ ਵੀ ਸ਼ਰਧਾ ਭਾਵਨਾ ਦੇ ਨਾਲ ਭਿੱਜ ਕਰਕੇ ਸੋਹਿਲੇ ਦੀ ਬਾਣੀ ਦਾ ਜਾਪ ਕਰਦਾ, ਜਾਂ ਜੋ ਵੀ ਬਾਣੀ ਦਾ ਜਾਪ ਕਰਦਾ, ਮੈਂ ਉਹਦੇ ਅੰਗ ਸੰਗ ਵਰਤਦਾ ਹਾਂ। ਅਸ ਕਹਿ ਪੁਨ ਇੱਕ ਸਿੱਖ ਹਕਾਰਾ। ਇਸ ਤਰ੍ਹਾਂ ਕਹਿ ਕਰਕੇ ਹੁਣ ਇਹ ਨਜ਼ਾਰਾ ਪ੍ਰਤੱਖ ਦਿਖਾਉਣ ਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਕੀ ਕਰਨਾ ਕੀਤਾ, ਇੱਕ ਸਿੱਖ ਨੂੰ ਭੇਜਿਆ। ਤੈਸੋਂ ਬੋਲੇ ਮੋਖ ਉਦਾਰਾ। ਉਹਦੇ ਤਾਂ ਹੀ ਮੁਕਤੀ ਦਾਤੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਹੈ। ਅਮਕਾ ਜੋ ਥਲ ਤਹਾਂ ਅਯਾਲਾ। ਅੰਤਰਜਾਮੀ ਮਹਾਰਾਜ ਜੀ ਨੂੰ ਪਤਾ ਕਿ ਭਾਈ ਆ ਕਿਹੜੇ ਅਸਥਾਨ ਦੇ ਵਿੱਚ ਅਯਾਲੀ ਜਿਹੜਾ ਭੇਡਾਂ ਚਰਾ ਰਿਹਾ ਹੈ। ਸਤਿਗੁਰੂ ਜੀ ਕਹਿਣ ਲੱਗੇ ਸਿੱਖਾ ਜਾ, ਆ ਫਲਾਣਾ ਅਸਥਾਨ ਥਾਂ ਤੇ ਜਾ, ਉੱਥੇ ਤੈਨੂੰ ਇੱਕ ਅਯਾਲੀ ਮਿਲੇਗਾ। ਅਜਾ ਚਰਾਵਤ ਪ੍ਰੇਮ ਵਿਸ਼ਾਲਾ। ਉਹ ਭੇਡਾਂ ਬੱਕਰੀਆਂ ਨੂੰ ਬਹੁਤ ਪ੍ਰੇਮ ਦੇ ਨਾਲ ਗੁਰਬਾਣੀ ਨੂੰ ਗਾ ਗਾ ਕਰਕੇ ਚਰਾ ਰਿਹਾ ਹੈ, ਭਾਵ ਕਿ ਜਾਪ ਵੀ ਕਰ ਰਿਹਾ ਤੇ ਆਪਣਾ ਕਾਰਜ ਵੀ ਕਰ ਰਿਹਾ। ਜਾਵੋ ਤੁਮ ਤਹਿ ਨਿਕਟ ਨਿਹਾਰੇ। ਸਤਿਗੁਰੂ ਜੀ ਕਹਿਣ ਲੱਗੇ ਜਾਪ ਹੀ ਜਾ ਕਰਕੇ ਉਹਨੂੰ ਲਾਗੇ ਵੇਖਣਾ ਕਰ। ਆਦਰ ਯੁਕਤ ਸੋ ਆਏ ਹਕਾਰੇ। ਉਹਨੂੰ ਫਿਰ ਸਤਿਕਾਰ ਦੇ ਨਾਲ ਸਾਡੇ ਕੋਲ ਲੈ ਕੇ ਆਉਣਾ ਕਰੀ। ਆਇਸ ਪਾਏ ਗਇਓ ਸਿੱਖ ਤਹਿਮਾ। ਸਤਿਗੁਰੂ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਉਹ ਭੇਜਿਆ ਹੋਇਆ ਸਿੱਖ ਅਯਾਲੀ ਕੋਲ ਚੱਲ ਗਿਆ। ਅਜਾ ਚਰਾਏ ਅਯਾਲੀ ਜਹਿਮਾ। ਜਿੱਥੇ ਅਯਾਲੀ ਜਿਹੜਾ ਹੈ ਅਜਾ ਭੇਡਾਂ ਬਾਕਰੀਆਂ ਨੂੰ ਚਰਾ ਰਿਹਾ ਸੀ, ਤਹ ਬਿਲੋਕ ਬੋਲਿਓ ਮ੍ਰਿਦਬਾਨੀ। ਉਹਨੂੰ ਵੇਖ ਕਰਕੇ ਮਹਾਰਾਜ ਜੀ ਨੇ ਬਹੁਤ ਪ੍ਰੇਮ ਦੇ ਨਾਲ ਉਹਨੂੰ ਬਚਨ ਕੀਤਾ। ਤੁਝ ਹੈ ਹਕਾਰਤ ਗੁਰ ਗੁਨਖਾਨੀ। ਤੇ ਉਹ ਅਯਾਲੀ ਜਿੱਥੇ ਭੇਡਾਂ ਚਰਾ ਰਿਹਾ ਸੀ ਨਾ, ਸਿੱਖ ਨੇ ਜਾ ਕਰਕੇ ਅਯਾਲੀ ਨੂੰ ਕਿਹਾ ਕਿ ਭਾਈ ਸਿੱਖਾ, ਗੁਣਾ ਦੀ ਖਾਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਤੈਨੂੰ ਸੱਦਦੇ ਹਨ। ਸੁਣ ਕਰ ਚਲਿਓ ਸਿੱਖ ਕੇ ਸਾਥਾ। ਸੁਣ ਕਰਕੇ ਉਹ ਅਯਾਲੀ ਜਿਹੜਾ ਸਿੱਖ ਦੇ ਨਾਲ ਚੱਲ ਗਿਆ ਹੈ। ਆਏ ਨਿਵਾਇਓ ਜੁਗ ਪਰ ਮਾਥਾ। ਆ ਕਰਕੇ ਦੋਵੇਂ ਚਰਨਾਂ ਦੇ ਉਤਸ਼ਟੀ ਦੇ ਨਾਲ ਉਹਦੇ ਵੱਲ ਤੱਕਣਾ ਕੀਤਾ, ਵੇਖਣਾ ਕੀਤਾ। ਤੇ ਅਯਾਲ ਸੋਂ ਗਿਰਾ ਅਲਾਈ। ਉਹ ਅਯਾਲੀ ਦੇ ਤਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਇੰਜ ਬਚਨ ਕੀਤਾ ਹੈ। ਦੋਹਰਾ ਸੋਵਨ ਸਮੈ ਬਖਾਨੀਏ ਕੰਠ ਸੋਹਿਲਾ ਜੋ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਇਹ ਜੋ ਮਰਿਆਦਾ ਤੇ ਉਸ ਵੇਲੇ ਕਾਇਮ ਕਰਨੀ ਕੀਤੀ, ਕਿਹਾ ਕਿ ਭਾਈ ਸਿੱਖਾ, ਆ ਜੋ ਬਾਣੀ ਹੈ ਨਾ ਕੀਰਤਨ ਸੋਹਿਲੇ ਦੀ ਬਾਣੀ, ਤੇ ਜਦੋਂ ਆਪਾਂ ਰਾਤਰੀ ਨੂੰ ਵਿਸ਼ਰਾਮ ਕਰਦੇ ਆਂ, ਸੌਂਦੇ ਆਂ, ਉਸ ਵੇਲੇ ਸੋਹਣ ਸਮੈ ਬਖਾਨੀਐ ਕੰਠ ਸੋਹਿਲਾ ਜੋਏ। ਤੋ ਇਹ ਜੋ ਬਾਣੀ ਹੈ ਇਹਨੂੰ ਕੰਠ ਕਰਕੇ, ਇਹਦਾ ਮਤਲਬ ਕਿ ਇਹਨੂੰ ਯਾਦ ਕਰ ਲੈਣਾ ਚਾਹੀਦਾ ਹੈ। ਕਿਉਂਕਿ ਜੇ ਆਪਾਂ ਸੌਣ ਵੇਲੇ ਜਾਂਦੇ ਆ ਤੇ ਫਿਰ ਕਿੱਥੇ ਗੁਟਕਾ ਸਾਹਿਬ ਲੱਭਦੇ, ਇਸ ਕਰਕੇ ਇਹ ਬਾਣੀ ਜਿਹੜੀ ਹੈ ਕੰਠ ਕਰਕੇ, ਜਾਂ ਕੰਠ ਦਾ ਮਤਲਬ ਉਚਾਰਨ ਕਰਕੇ ਇਹ ਬਾਣੀ ਜਦੋਂ ਆਪਾਂ ਵਿਸ਼ਰਾਮ ਕਰਦੇ ਆ, ਸੌਂਦੇ ਆ, ਤੇ ਉਸ ਵੇਲੇ ਇਹ ਬਾਣੀ ਦਾ ਜਾਪ ਕਰਨਾ ਚਾਹੀਦਾ। ਇਸ ਕਰਕੇ ਪਿਆਰਿਓ ਗੁਰਮਤ ਦੇ ਵਿੱਚ ਕਈ ਵਾਰੀ ਲੋਕਾਂ ਨੇ ਕਈ ਸਾਰੇ ਕੁਝ ਇਹੋ ਜਿਹੇ ਭੁਲੇਖੇ ਪਾਏ ਹੋਏ ਹਨ, ਲੇਕਿਨ ਵਿਸ਼ੇਸ਼ ਕਰਕੇ ਪਿਆਰਿਓ ਗੁਰਮਤ ਦੇ ਵਿੱਚ ਇੱਕ ਤਾਂ ਜਿਹੜੀ ਹੈ ਆਪਾਂ ਸੋਹਿਲੇ ਦੀ ਬਾਣੀ ਸੌਣ ਵੇਲੇ ਰਾਤਰੀ ਨੂੰ ਪੜ੍ਹਨਾ ਹੈ, ਇਹਨੂੰ ਕਦੇ ਦਿਨ ਦੇ ਵਿੱਚ ਨਹੀਂ ਪੜ੍ਹਨਾ ਚਾਹੀਦਾ।
ਰਾਤਰੀ ਨੂੰ ਜਦੋਂ ਆਪਾਂ ਵਿਸ਼ਰਾਮ ਕਰਦੇ ਹਾਂ ਤੇ ਵਿਦਵਾਨ ਮਹਾਂਪੁਰਖ ਦੱਸਿਆ ਕਰਦੇ ਹਨ, ਰਹਿਤ ਮਰਿਆਦਾ ਜਿਨ੍ਹਾਂ ਨੇ ਲਿਖਣੀ ਕੀਤੀ, ਕਿ ਜਦੋਂ ਆਪਾਂ ਬਿਸਤਰ ਦੇ ਉੱਤੇ ਜਦੋਂ ਵਿਸ਼ਰਾਮ ਕਰਨ ਵਾਸਤੇ ਚੱਲ ਜਾਂਦੇ, ਸਿਰਾਨੇ ਦੇ ਵੱਲ ਮੂੰਹ ਕਰਕੇ ਚੌਕੜਾ ਮਾਰ ਕਰਕੇ ਆਸਨ ਲਾ ਕਰਕੇ ਇਹ ਬਾਣੀ ਦਾ ਜਾਪ ਕਰਨਾ, ਤੇ ਬਾਣੀ ਦਾ ਜਾਪ ਕਰਕੇ ਅਰਦਾਸ ਕਰਕੇ ਫਿਰ ਵਿਸ਼ਰਾਮ ਕਰਨਾ ਚਾਹੀਦਾ। ਤੇ ਇਹ ਜੋ ਬਾਣੀ ਹੈ ਰਾਤਰੀ ਨੂੰ ਪੜਨ ਵਾਲੀ ਹੈ। ਤੇ ਸੰਧਿਆ ਦੀ ਬਾਣੀ ਜਿਹੜੀ ਹੈ ਉਹ ਰਹਿਰਾਸ ਸਾਹਿਬ ਸੋਦਰ ਦੀ ਬਾਣੀ ਉਹ ਸੰਧਿਆ ਦੇ ਵਿੱਚ। ਇਹ ਦੋ ਬਾਣੀਆਂ ਜਿਹੜੀਆਂ ਹਨ ਇਹਦਾ ਪਿਆਰਿਓ ਸਮਾਂ ਜਿਹੜਾ ਮੁਕਰਰ ਹੈ। ਇਹ ਬਾਣੀ ਜਿਹੜੀ ਹੈ ਇਹ ਕਦੇ ਦਿਨੇ ਨਹੀਂ ਪੜ੍ਹਨੀ ਚਾਹੀਦੀ ਹੈ। ਕਈ ਵਾਰੀ ਪਿਆਰਿਓ ਅਸੀਂ ਆਪ ਵੇਖਿਆ, ਕਈ ਜਿਹੜੇ ਗੁਰਮੁਖ ਜਾਂ ਕਈ ਜੋ ਬੱਚੇ ਹਨ ਤੇ ਕਦੇ ਕਦਾਈ ਕਈ ਵਾਰੀ ਗੁਰੂ ਘਰ ਦੇ ਵਿੱਚ ਕਦੇ ਛੇਤੀ ਆ ਗਏ, ਅੰਮ੍ਰਿਤ ਵੇਲੇ ਆ ਗਏ ਜਾਂ ਜ਼ਿਆਦਾ ਕਰਕੇ ਗੁਰਪੁਰਬਾਂ ਦੇ ਵਿੱਚ, ਤੇ ਉਹ ਕੀ ਕਰਦੇ, ਪੂਰਾ ਗੁਟਕਾ ਸਾਹਿਬ ਹੀ, ਰਹਿਰਾਸ ਸਾਹਿਬ, ਕੀਰਤਨ ਸੋਲਾ ਵੀ ਉਹ ਪੜ੍ਹ ਦਿੰਦੇ ਹਨ ਦਿਨੇ ਹੀ ਸਵੇਰੇ। ਨਹੀਂ ਪਿਆਰਿਓ, ਸ਼ਾਮ ਦੇ ਵੇਲੇ ਆ ਜਿਹੜਾ ਸੋਦਰ ਦੀ ਬਾਣੀ ਤੇ ਰਾਤਰੀ ਵਿਸ਼ਰਾਮ ਕਰਦੇ ਆ ਉਸ ਵੇਲੇ ਕੀਰਤਨ ਸੋਹਲੇ ਦੀ ਬਾਣੀ। ਕਈਆਂ ਨੇ ਇਹ ਵੀ ਬੜਾ ਭੁਲੇਖਾ ਪਾਇਆ, ਆਪਨੇ ਵੀ ਕਈ ਵਾਰੀ ਸੁਣਿਆ ਹੋਵੇਗਾ। ਕਈ ਕਹਿੰਦੇ ਜੀ ਜਪਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਹੀ ਕਰਨਾ ਚਾਹੀਦਾ। ਇੱਕ ਵਾਰੀ ਸੂਰਜ ਚੜ ਜਾਵੇ, ਦਿਨ ਨਿਕਲ ਆਵੇ, ਫਿਰ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ ਚਾਹੀਦਾ, ਉਹਦਾ ਮਹਾਤਮ ਨਹੀਂ ਮਿਲਦਾ। ਕੋਈ ਕਹਿੰਦਾ ਜੀ ਨਿਤਨੇਮ ਜਿਹੜਾ ਹੈ 10 ਜਾਂ 12 ਤੋਂ ਪਹਿਲਾਂ ਕਰ ਲੈਣਾ ਚਾਹੀਦਾ, ਉਹ ਤੋਂ ਬਾਅਦ ਨਿਤਨੇਮ ਨਹੀਂ ਕਰਨਾ। ਨਹੀਂ ਪਿਆਰਿਓ, ਇਹ ਸਭ ਮਨ ਘੜਤ ਗੱਲਾਂ ਹਨ। ਬਾਕੀ ਇਹ ਦੋ ਬਾਣੀਆਂ ਤੋਂ ਛੋਟਾ ਜਿੰਨੀ ਵੀ ਬਾਣੀ ਜਿਹੜੀ ਹੈ, ਹਾਂ ਇਹ ਗੱਲ ਵੱਖਰੀ ਹੈ, ਇਹ ਬਹੁਤ ਵਧੀਆ ਗੱਲ ਹੈ ਕਿ ਆਪ ਜੀ ਅੰਮ੍ਰਿਤ ਵੇਲੇ ਉੱਠ ਕਰਕੇ ਤੇ ਆਪ ਇਹਦਾ ਜਾਪ ਕਰੋ, ਇਹ ਤਾਂ ਲਾਭ ਹੀ ਲਾਭ ਹੈ। ਲੇਕਿਨ ਕਦੇ ਇਹ ਭੁਲੇਖਾ ਨਹੀਂ ਕਰਨਾ ਚਾਹੀਦਾ। ਕਈ ਇਸ ਤਰ੍ਹਾਂ ਪਿਆਰਿਓ ਬਾਣੀ ਤੋਂ ਤੋੜ ਦਿੰਦੇ ਹਨ। ਕਈਆਂ ਨੂੰ ਚਲੋ ਅੰਮ੍ਰਿਤ ਵੇਲਾ ਦਾ ਸਮਾਂ ਪ੍ਰਾਪਤ ਨਾ ਹੋਵੇ, ਫਿਰ ਉਹਨਾਂ ਨੂੰ ਮੌਜ ਲੱਗ ਜਾਂਦੀ ਹੈ। ਕਈ ਵਾਰੀ ਕਈਆਂ ਨੂੰ ਜਦੋਂ ਪੁੱਛੀਦਾ ਵੀ ਕਿ ਭਾਈ ਤੂੰ ਨਿਤਨੇਮ ਕਿਉਂ ਨਹੀਂ ਕਰਦਾ, ਜਪਜੀ ਸਾਹਿਬ ਦਾ ਪਾਠ ਕਿਉਂ ਨਹੀਂ ਕਰਦਾ, ਉਹ ਕਹਿ ਦਿੰਦੇ ਜੀ ਨਹੀਂ ਜੀ ਕੰਮ ਬੜਾ ਜ਼ਿਆਦਾ ਹੁੰਦਾ, ਰਾਤ ਨੂੰ ਥੋੜ੍ਹੀ ਜਿਹੀ ਡਿਊਟੀ ਹੁੰਦੀ ਹੈ, ਫਿਰ ਆ ਕਰਕੇ ਸੌਂਦੇ 11-12 ਵਜੇ ਉੱਠਦੇ, ਫਿਰ ਤਾਂ ਨਹੀਂ ਕਰਨਾ ਚਾਹੀਦਾ ਜੀ, ਫਿਰ ਤਾਂ ਪਾਪ ਲੱਗ ਜਾਂਦਾ। ਨਹੀਂ ਪਿਆਰਿਓ, ਇਹ ਸਭ ਮਨ ਘੜਤ ਗੱਲਾਂ ਹਨ। ਬਾਕੀ ਦੀ ਜੋ ਵੀ ਬਾਣੀ ਹੈ, ਜਪਜੀ ਸਾਹਿਬ ਹੋ ਗਿਆ, ਜਾਪ ਸਾਹਿਬ, ਤੋ ਪ੍ਰਸਾਦ ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ, ਔਰ ਜਿੰਨੀਆਂ ਵੀ ਸੁਖਮਨੀ ਸਾਹਿਬ ਜੀ ਦਾ ਪਾਠ ਹੋ ਗਿਆ। ਆਸਾ ਦੀ ਵਾਰ ਜੋ ਹੈ ਨਾ, ਆਸਾ ਰਾਗ ਪਿਆਰਿਓ ਅੰਮ੍ਰਿਤ ਵੇਲੇ ਗਾਇਨ, ਲੇਕਿਨ ਆਸਾ ਦੀ ਵਾਰ ਦਾ ਪਾਠ ਜਿਹੜਾ ਹੈ ਉਹ ਭਾਵੇਂ ਆਪ ਜੀ ਜਦੋਂ ਮਰਜ਼ੀ ਕਰ ਸਕਦੇ ਹੋ, ਲੇਕਿਨ ਜਦੋਂ ਆਪਾਂ ਵਾਜੇ ਦੇ ਉੱਤੇ ਆਸਾ ਨਿਤਨੇਮੀ ਸਿੰਘ ਉਹ ਆਸਾ ਦੀ ਵਾਰ ਦਾ ਪਾਠ ਕਰਦੇ, ਲੇਕਿਨ ਉਹ ਕੀਰਤਨ ਨਹੀਂ ਕਰਦੇ। ਜਦੋਂ ਕੀਰਤਨ ਕਰਨਾ ਤੇ ਉਹਦਾ ਸਮਾਂ ਨਿਯਤ ਹੈ ਤੇ ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ ਤੱਕ ਆਸਾ ਦੀ ਵਾਰ ਦਾ ਕੀਰਤਨ ਸਮਾਪਤ ਭੋਗ ਪੈ ਜਾਣਾ ਚਾਹੀਦਾ। ਲੇਕਿਨ ਜੇ ਬਾਣੀ ਪੜ੍ਹਨੀ ਹੈ ਤੇ ਆਪ ਜੀ ਬਾਣੀ ਦਾ ਜਦੋਂ ਮਰਜ਼ੀ ਜਾਪ ਕਰ ਸਕਦੇ ਹੋ, ਇਹਦੇ ਵਿੱਚ ਕੋਈ ਭੁਲੇਖਾ ਨਹੀਂ ਰੱਖਣਾ ਚਾਹੀਦਾ। ਹਾਂ, ਰਾਤ ਨੂੰ ਕੀਰਤਨ ਸੋਹਿਲਾ ਤੇ ਸ਼ਾਮਾਂ ਦੇ ਵੇਲੇ ਤੇ ਸੰਜਾਂ ਦੇ ਵੇਲੇ ਜੋ ਹੈ ਸੋਦਰ ਦੀ ਬਾਣੀ ਦਾ ਜਾਪ ਕਰਨਾ। ਤੇ ਕੀਰਤਨ ਸੋਹਿਲਾ ਜਿਹੜਾ ਨਾ ਪਿਆਰਿਓ, ਇੱਕ ਤਾਂ ਜਿਹੜਾ ਹੈ ਬੰਦਾ ਜਦੋਂ ਆਪਾਂ ਸੌਂਦੇ ਆ ਤੇ ਵਿਦਵਾਨ ਸਿਆਣੇ ਕਹਿੰਦੇ ਨਾ ਕਿ ਮੌਤ ਜਿਹੜੀ ਹੈ ਇਹ ਬਹੁਤ ਵੱਡੀ ਨੀਂਦ ਹੈ। ਬੰਦਾ ਇੱਕ ਵਾਰੀ ਮੌਤ ਦੀ ਨੀਂਦ ਦੇ ਵਿੱਚ ਸੌਂ ਜਾਵੇ ਤੇ ਫਿਰ ਉਹ ਕਦੇ ਜਾਗਦਾ ਨਹੀਂ। ਤੇ ਨੀਂਦ ਵੀ ਪਿਆਰਿਓ ਹਲਕੀ ਜੀ ਮੌਤ ਹੁੰਦੀ ਹੈ, ਤੇ ਲੇਕਿਨ ਇਹ ਨੀਂਦ ਰੂਪੀ ਮੌਤ ਦੇ ਵਿੱਚ ਬੰਦਾ ਚੱਲ ਜਾਵੇ ਤੇ ਉਹ ਉੱਠ ਕੇ ਆ ਜਾਂਦਾ 8-10 ਘੰਟਿਆਂ ਤੋਂ ਬਾਅਦ। ਲੇਕਿਨ ਮੌਤ ਰੂਪੀ ਨੀਂਦ ਦੇ ਵਿੱਚ ਜਿਹੜਾ ਸਮਾ ਜਾਵੇ ਨਾ, ਉਹ ਬੰਦਾ ਫਿਰ ਕਦੇ ਉੱਠ ਕੇ ਨਹੀਂ ਆਉਂਦਾ। ਇਸ ਕਰਕੇ ਮੌਤ ਵੀ ਨੀਂਦ ਹੈ ਤੇ ਨੀਂਦ ਵੀ ਜਿਹੜੀ ਹੈ ਇਹ ਵੀ ਇੱਕ ਤਰ੍ਹਾਂ ਦੀ ਮੌਤ ਹੈ। ਇਸ ਕਰਕੇ ਦੋਵੇਂ ਪਾਸੇ ਜਦੋਂ ਆਪਾਂ ਰਾਤ ਨੂੰ ਵਿਸ਼ਰਾਮ ਕਰਦੇ ਹਾਂ, ਸੌਂਦੇ ਹਾਂ, ਤਾਂ ਵੀ ਕੀਰਤਨ ਸੋਹਿਲੇ ਦਾ ਪਾਠ ਕੀਤਾ ਜਾਂਦਾ। ਤੇ ਗੁਰਮਤਿ ਅਨੁਸਾਰ ਜਦੋਂ ਬੰਦੇ ਦਾ ਆਪਾਂ ਅੰਤਮ ਸੰਸਕਾਰ ਕਰ ਦਿੰਦੇ ਹਾਂ, ਅੰਤਮ ਸੰਸਕਾਰ ਤੋਂ ਬਾਅਦ ਪਿਆਰਿਓ ਮਰਿਆਦਾ ਇਹ ਕਹਿੰਦੀ ਹੈ ਕਿ ਜਦੋਂ ਆਪਾਂ ਚਿਖਾ ਨੂੰ ਲਾਂਭੂ ਦੇ ਦਿੰਦੇ ਹਾਂ, ਜਦੋਂ ਚਿਖਾ ਪੂਰੀ ਮੱਚ ਜਾਂਦੀ ਹੈ, ਅੱਗ ਜਦੋਂ ਪੂਰੀ ਫੜ ਲੈਂਦੀ ਹੈ, ਤਾਂ ਫਿਰ ਸਾਰੇ ਸੱਜਣ ਜੇ ਲਾਗੇ ਗੁਰਦੁਆਰਾ ਸਾਹਿਬ ਹੈ
ਉਥੇ ਜਾ ਕਰਕੇ ਫਿਰ ਕੀਰਤਨ ਸੋਹਿਲੇ ਦਾ ਪਾਠ। ਕਈ ਗੁਰਮੁਖ ਪਿਆਰੇ ਜਪਜੀ ਸਾਹਿਬ ਦਾ ਤੇ ਫਿਰ ਬਾਅਦ ਵਿੱਚ ਕੀਰਤਨ ਸੋਹਿਲੇ ਦਾ, ਲੇਕਿਨ ਘੱਟ ਤੋਂ ਘੱਟ ਕੀਰਤਨ ਸੋਹਿਲੇ ਦਾ ਪਾਠ ਕਰਕੇ ਫਿਰ ਉਹਦੇ ਪਿਆਰਿਓ ਅੰਤਿਮ ਉਥੇ ਅਰਦਾਸ ਹੁੰਦੀ। ਜਿਸ ਤਰ੍ਹਾਂ ਕਿ ਆਪਣੇ ਕੋਲ ਕੋਈ ਬੰਦਾ ਜਦੋਂ ਚਲਾਣਾ ਕਰ ਜਾਵੇ, ਨਗੀਨਾ ਘਾਟ ਆਪਾਂ ਸੰਸਕਾਰ ਵਾਸਤੇ ਲੈ ਕੇ ਜਾਂਦੇ, ਫਿਰ ਉੱਥੇ ਸੰਸਕਾਰ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਆ, ਫਿਰ ਉੱਥੇ ਪਿਆਰਿਓ ਕੀਰਤਨ ਸੋਹਿਲੇ ਦਾ ਪਾਠ ਕਰਕੇ ਉਹਦੇ ਸੋਹਿਲੇ ਸਾਹਿਬ ਦੀ ਅਰਦਾਸ ਹੋ ਜਾਂਦੀ ਹੈ ਕਿ ਹੁਣ ਬੰਦਾ ਸਦਾ ਦੀ ਨੀਂਦ ਇਹ ਸਮਾ ਗਿਆ। ਇਸ ਕਰਕੇ ਇੱਕ ਤਾਂ ਛੋਟੀ ਨੀਂਦ ਜੋ ਨਿਤ ਆਪਾਂ ਸੌਂਦੇ ਆ, ਇੱਕ ਸਦਾ ਦੀ ਨੀਂਦ ਵਾਸਤੇ ਜਦੋਂ ਆਪਾਂ ਸੌਂ ਜਾਂਦੇ ਉਸ ਵੇਲੇ ਵੀ ਕੀਰਤਨ ਸੋਹਿਲੇ ਦਾ ਪਾਠ ਹੁੰਦਾ। ਅਧਿਕ ਖੁਸ਼ੀ ਬਹੁ ਕਰੀ ਦ્વੈਤ ਹਿਰਦੈ ਤੇ ਖੋ। ਸਤਿਗੁਰੂ ਮਹਾਰਾਜ ਜੀ ਨੇ ਉਹ ਸਿੱਖ ਦੇ ਉੱਤੇ ਬਹੁਤ ਜ਼ਿਆਦੀ ਖੁਸ਼ੀ ਕਰਨੀ ਕੀਤੀ ਤੇ ਸਿੱਖਾਂ ਦੇ ਮਨ ਦਾ ਜੋ ਦ્વੈਤ ਜਿਹੜਾ ਸੀ ਨਾ, ਉਹ ਦ્વੈਤ ਸਤਿਗੁਰੂ ਮਹਾਰਾਜ ਜੀ ਨੇ ਖਤਮ ਕਰ ਦਿੱਤਾ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮੱਧ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭਾਂਜਨ ਗੁਣਦਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹੋਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ, ਰਾਖਾਂ ਹੀ ਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤਾ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘਨਕ ਗੁਰੂ ਗੋਬਿੰਦ ਸਿੰਘ ਜੀ। ਸਦਾ ਕਰੈ ਕਲਿਆਣ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਭੀ ਸੱਚ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਭੀ ਸੱਚ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਭੀ ਸੱਚ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਭੀ ਸੱਚ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਭੀ ਸਾਚਾ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ
ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਜੋਜੀ ਪਿਆਰੇ ਗੋਬਿੰਦ ਸਿੰਘ ਜੀ। ਜੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ 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 ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ